किसान अकेडमी के ऑनलाइन प्लेटफॉर्म के ऊपर ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਪੋਲੀਟੀਕਲ ਦਾ ਜਿਹੜੀ ਸੈਕੰਡ ਸੀਰੀਜ਼ ਆ ਉਹਨੂੰ ਸਟਾਰਟ ਕਰਨ ਜਾ ਰਹੇ ਹਾਂ। ਤੁਹਾਨੂੰ ਪਤਾ ਕਿ ਆਲਰੇਡੀ ਆਪਣੀ ਜਿਹੜੀ ਪੋਲੀਟੀਕਲ ਦੀ ਸੀਰੀਜ਼ ਹੈਗੀਆਂ ਨੇ ਐਮਸੀਕਿਊ ਦੀਆਂ ਮਿਕਸ ਸੀਰੀਜ਼ ਉਹ ਸਟਾਰਟ ਹੋ ਚੁੱਕੀਆਂ ਨੇ। ਲਾਸਟ ਕਲਾਸ ਵਿੱਚ ਆਪਾਂ ਪਾਰਟ 1 ਸੀ ਜੋ ਡਿਸਕਸ ਕੀਤਾ। ਅੱਜ ਦੀ ਕਲਾਸ ਦੇ ਵਿੱਚ ਸੈਕੰਡ ਕਲਾਸ ਹੈ ਤੇ ਇਸ ਤਰੀਕੇ ਨਾਲ ਕੰਟੀਨਿਊ ਤੁਹਾਨੂੰ ਜਿਹੜੀਆਂ ਕਲਾਸਿਸ ਨੇ ਮੇਰੇ ਵੱਲੋਂ ਪੋਲੀਟੀਕਲ ਦੀਆਂ ਮੋਸਟ ਇੰਪੋਰਟੈਂਟ ਕੁਐਸਚਨਸ ਦੀਆਂ ਉਹ ਮਿਲਦੀਆਂ ਰਹਿਣਗੀਆਂ ਤੇ ਨਾਲ ਹੀ ਬਹੁਤ ਲੈਬੋਰੇਟ ਜਿਹੜੀ ਇਨਫੋਰਮੇਸ਼ਨ ਹੈ ਇਹਨਾਂ ਕਲਾਸਿਸ ਦੇ ਥਰੂ ਤੁਹਾਨੂੰ ਮੇਰੇ ਵੱਲੋਂ प्रोवाइड की जाऊगी। ठीक है जी, तो इस चैनल ਵੱਧ ਤੋਂ ਵੱਧ शेयर करो, ਵੱਧ ਤੋਂ ਵੱਧ इस चैनल सबसक्राइब करो ਤੇ बेल आइकन ਨੂੰ ਜ਼ਰੂਰ दबाओ ताकि ਤੁਹਾਨੂੰ ਜਿਹੜੀ ਸੀਰੀਜ਼ ਵੀ ਮੇਰੇ ਵੱਲੋਂ ਜਿਹੜੀ ਪੋਲੀਟੀਕਲ ਦੀ ਕਲਾਸ ਹੈ ਹਿਸਟਰੀ ਦੀ ਸੀਰੀਜ਼ ਦੀ ਜੋ ਵੀ ਕਲਾਸ ਅਪਲੋਡ ਹੁੰਦੀ ਆ ਉਹ ਤੁਹਾਨੂੰ ਮਿਲ ਸਕੇ। ਠੀਕ ਹੈ ਜੀ, ਸਾਰੇ ਸੀਰੀਜ਼ ਜਿਹੜੀਆਂ ਹੈਗੀਆਂ ਨੇ ਇਹ ਸਭ ਦੇ ਲਈ ਇੰਪੋਰਟੈਂਟ ਨੇ। ਬੇਸ਼ੱਕ ਤੁਸੀਂ ਮਾਸਟਰ ਕੇਡਰ ਐਸਐਸਟੀ ਕਰ ਰਹੇ ਹੋ ਜਾਂ ਫਿਰ ਤੁਹਾਡੀ ਲੈਕਚਰਰ ਦੀ ਪੋਸਟ ਦੇ ਲਈ ਤੁਸੀਂ ਪ੍ਰਪੇਅਰ ਹੋ ਰਹੇ ਹੋ ਜਾਂ ਫਿਰ ਤੁਹਾਡੀ ਜੀਕੇ ਦੇ ਵਿੱਚ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੋਲਿਟੀ ਆ ਰਹੀ ਹੈ ਤਾਂ ਉੱਥੇ ਤੁਹਾਡੇ ਲਈ ਇੰਪੋਰਟੈਂਟ ਆ। ਇਸ ਤੋਂ ਬਿਨਾ ਬੇਟਾ ਜੇਕਰ ਤੁਸੀਂ ਕੋਰਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੋਰਸ ਨੂੰ ਪਰਚੇਸ ਕਰ ਸਕਦੇ ਹੋ। ਡਾਇਰੈਕਟ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰਕੇ ਕੋਰਸ ਨੂੰ ਪਰਚੇਸ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਹੈਗਾ ਠੀਕ ਹੈ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਜਾਂ ਐਪ ਸਟੋਰ ਤੇ ਜਾ ਕੇ। ਇਸ ਤੋਂ ਬਿਨਾ ਤੁਸੀਂ ਜੇ ਕੋਰਸ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ 9988001121 ਦੇ ਉੱਪਰ ਕਾਲ ਜਾਂ WhatsApp ਮੈਸੇਜ ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਤਾਂ ਮੈਂ ਸਟਾਰਟ ਕਰਦੀ ਹਾਂ ਜੀ ਸਾਡੀ ਅੱਜ ਦੀ ਕਲਾਸ। ਫਸਟ ਕੁਐਸਚਨ ਹੈ ਬੇਟਾ ਆਪਣੇ ਕੋਲ, ਕਿਸ ਅਨੁਛੇਦ ਦੇ ਵਿੱਚ ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦਿੱਤਾ ਗਿਆ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ। ਠੀਕ ਹੈ ਜੀ, ਦੇਖੋ ਪਹਿਲਾਂ ਸਾਡੇ ਕੋਲ ਜਿਹੜਾ ਜੇ ਅਸੀਂ ਮੰਨ ਕੇ ਚੱਲੀਏ ਤਾਂ ਸਾਡੇ ਕੋਲ ਜਿਹੜਾ ਸੀਗਾ ਅਕਤੂਬਰ 2019 ਤੱਕ ਹੈ ਨਾ ਸਾਡੇ ਕੋਲ ਜਿਹੜੀਆਂ ਕਿੰਨੀਆਂ ਸਟੇਟਾਂ ਸੀਗੀਆਂ, ਸਾਡੇ ਕੋਲ 29 ਸਟੇਟਾਂ ਸੀ। ਠੀਕ ਹੈ, ਬਟ 31 ਅਕਤੂਬਰ 2019 ਨੂੰ ਇੱਕ ਐਕਟ ਫਾਈਨਲੀ ਜਿਹੜਾ ਲਾਗੂ ਕੀਤਾ ਜਾਂਦਾ ਉਹ ਕਿਹੜਾ ਸੀਗਾ, ਜੰਮੂ ਕਸ਼ਮੀਰ ਰੀਆਰਗੇਨਾਈਜੇਸ਼ਨ ਬਿੱਲ। ਠੀਕ ਹੈ ਜੀ, ਤਾਂ ਉਸ ਰੀਆਰਗੇਨਾਈਜੇਸ਼ਨ ਐਕਟ ਦੇ ਬੇਸ ਦੇ ਉੱਪਰ ਹੀ ਸਾਡੇ ਕੋਲ ਜਿਹੜੀਆਂ ਹੈਗੀਆਂ ਇੱਕ ਜਿਹੜੀ ਜੰਮੂ ਕਸ਼ਮੀਰ ਸੀਗਾ ਉਹਨੂੰ ਖਤਮ ਕਰ ਦਿੱਤਾ ਗਿਆ, ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਉਹਨੂੰ ਸਟੇਟ ਦਾ ਦਰਜਾ ਖਤਮ ਕਰ ਦਿੱਤਾ ਗਿਆ। ਠੀਕ ਹੈ, ਤੇ ਉਹਨੂੰ ਕੀ ਬਣਾ ਦਿੱਤਾ ਗਿਆ ਜੀ, ਸਾਡੇ ਕੋਲ ਯੂਨੀਅਨ ਟੈਰੀਟਰੀ। ਠੀਕ ਹੈ, ਤਾਂ ਮੈਂ ਇੱਥੇ ਤੁਹਾਨੂੰ ਸਾਰਾ ਕਲੀਅਰ ਕਰਵਾ ਦਿੰਦੀ ਹਾਂ। ਤਾਂ ਸਾਡੇ ਕੋਲ ਜੇ ਅਸੀਂ ਕਹੀਏ ਕਿ ਜੰਮੂ ਕਸ਼ਮੀਰ ਨੂੰ ਖਾਸ ਦਰਜਾ ਦਿੱਤਾ ਗਿਆ ਸੀ ਜਿਸ ਨੂੰ ਹੁਣ ਖਤਮ ਕਰ ਦਿੱਤਾ ਗਿਆ, ਕਿਹੜੇ ਅਨੁਛੇਦ ਦੇ ਵਿੱਚ ਸੀਗਾ, ਤਾਂ ਪਹਿਲਾਂ ਮੈਂ ਕਲੀਅਰ ਕਰਦਾ ਤਾਂ 370 ਅਨੁਛੇਦ। ਦੇਖੋ ਕੀ ਹੁੰਦਾ 5 ਅਗਸਤ, ਠੀਕ ਹੈ ਤਰੀਕ ਯਾਦ ਰੱਖਣੀ ਪਊਗੀ ਤੁਹਾਨੂੰ, 5 ਅਗਸਤ 2019 ਨੂੰ ਰਾਜ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਂਦਾ। ਠੀਕ ਹੈ ਜੀ, ਰਾਜ ਸਭਾ ਦੇ ਵਿੱਚ ਜਦੋਂ ਇਹ ਬਿੱਲ ਪਾਸ ਕੀਤਾ ਜਾਂਦਾ ਜੰਮੂ ਕਸ਼ਮੀਰ ਨੂੰ ਲੈ ਕੇ ਉਸੇ ਦਿਨ ਤੋਂ ਹੀ ਸਾਡਾ ਜਿਹੜਾ 370 ਆਰਟੀਕਲ ਸੀਗਾ ਇਹਨੂੰ ਕੀ ਕਰ ਦਿੱਤਾ ਜਾਂਦਾ, ਖਤਮ ਕਰ ਦਿੱਤਾ ਜਾਂਦਾ। 370 ਆਰਟੀਕਲ ਦੇ ਅਕੋਰਡਿੰਗ ਜੰਮੂ ਕਸ਼ਮੀਰ ਨੂੰ ਜੋ ਦਰਜਾ ਦਿੱਤਾ ਸੀ ਉਹ ਖਤਮ ਕਰਤਾ। 5 ਅਗਸਤ ਨੂੰ ਇਹ ਰਾਜ ਸਭਾ ਨੇ ਐਕਟ ਪਾਸ ਕਰਤਾ। ਠੀਕ ਹੈ, 6 ਅਗਸਤ ਨੂੰ ਇਹ ਲੋਕ ਸਭਾ ਦੇ ਵਿੱਚ ਜਾਂਦਾ ਤੇ 6 ਅਗਸਤ ਨੂੰ ਇਹਨੂੰ ਲੋਕ ਸਭਾ ਪਾਸ ਕਰ ਦਿੰਦੀ ਹੈ ਤੇ 9 ਅਗਸਤ ਨੂੰ ਫਾਈਨਲੀ ਜਿਹੜਾ ਇਹ ਸੀਗਾ ਇਹਨੂੰ ਕੀ ਕੌਣ ਪਾਸ ਕਰਕੇ ਇਹਦੇ ਉੱਪਰ ਕੌਣ ਆਪਣੀ ਕੰਸੀਡਰੇਸ਼ਨ ਦੇ ਦਿੰਦਾ ਹੈਗਾ, ਉਹ ਕੌਣ ਸੀ ਜੀ, ਪ੍ਰੈਜ਼ੀਡੈਂਟ। ਠੀਕ ਹੈ, ਜਿਵੇਂ ਤੁਹਾਨੂੰ ਪਤਾ ਹੀ ਹਰ ਇੱਕ ਬਿੱਲ ਇਸੇ ਤਰੀਕੇ ਨਾਲ ਹੀ ਪਾਸ ਹੁੰਦਾ। ਤਾਂ 9 ਅਗਸਤ ਨੂੰ ਜਿਹੜਾ ਸੀ ਪ੍ਰੈਜ਼ੀਡੈਂਟ ਨੇ ਇਹਦੇ ਉੱਪਰ ਦਸਤਖਤ ਕਰਤੇ ਤੇ ਅਲਟੀਮੇਟਲੀ ਬੇਟਾ ਸਾਡੇ ਕੋਲ 31 ਅਕਤੂਬਰ, ਠੀਕ ਹੈ 31 ਅਕਤੂਬਰ 2019 ਨੂੰ ਜਿਹੜਾ ਜੰਮੂ ਕਸ਼ਮੀਰ ਸੀਗਾ, ਠੀਕ ਹੈ ਜੰਮੂ ਕਸ਼ਮੀਰ ਸੀ ਉਹਦਾ ਜਿਹੜਾ ਸਟੇਟ ਦਾ ਦਰਜਾ ਸੀਗਾ ਉਹ ਕਰਤਾ ਖਤਮ। ਠੀਕ ਹੈ, ਉਹਨੂੰ ਰਾਜ ਦਾ ਦਰਜਾ ਖਤਮ ਕਰਕੇ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਤਾ। ਠੀਕ ਹੈ, ਇੱਕ ਬਣਾਤਾ ਜੰਮੂ ਕਸ਼ਮੀਰ ਤੇ ਇੱਕ ਹੀ ਜੰਮੂ ਕਸ਼ਮੀਰ ਦੇ ਵਿੱਚੋਂ ਕੱਢਤਾ ਲਦਾਖ। ਤੇ ਦੋਨੋਂ ਕੀ ਬਣਾ ਦਿੱਤੀਆਂ ਗਈਆਂ ਜੀ, ਯੂਨੀਅਨ ਟੈਰੀਟਰੀਜ਼। ਠੀਕ ਹੈ, ਦੋਨੋਂ ਕੀ ਬਣਾਤੇ, ਯੂਨੀਅਨ ਟੈਰੀਟਰੀ ਯੂਟੀ ਜਾਂ ਆਪਾਂ ਕਹਿ ਦਈਏ ਕੇਂਦਰ ਸ਼ਾਸਿਤ ਪ੍ਰਦੇਸ਼। ਠੀਕ ਹੈ ਜੀ, ਕੇਂਦਰ ਸ਼ਾਸਿਤ ਪ੍ਰਦੇਸ਼। ਕਲੀਅਰ। ਤਾਂ ਜਿਹੜਾ ਸਪੈਸ਼ਲ ਸਟੇਟਸ ਸੀ ਜੰਮੂ ਕਸ਼ਮੀਰ ਨੂੰ ਕਿਹੜੇ ਆਰਟੀਕਲ ਦੇ ਅੰਡਰ ਦਿੱਤਾ ਗਿਆ ਸੀ, 370। ਇਸ ਸਪੈਸ਼ਲ ਜਿਹੜਾ ਦਰਜਾ ਸੀ ਖਾਸ ਸਟੇਟਸ ਸੀਗਾ ਉਹਦੇ ਚ ਕੀ ਪ੍ਰੋਵਾਈਡ ਕੀਤਾ ਗਿਆ ਸੀ, ਇੱਕ ਤਾਂ ਦਾ ਇਹਨਾਂ ਅਲੱਗ ਕਨਸਟੀਟਿਊਸ਼ਨ ਸੀ। ਠੀਕ ਹੈ, ਇੱਕ ਤਾਂ ਜੰਮੂ ਕਸ਼ਮੀਰ ਦਾ ਆਪਣਾ ਹੀ ਅਲੱਗ ਕਨਸਟੀਟਿਊਸ਼ਨ ਸੀ ਤੇ ਦੂਜਾ ਜੰਮੂ ਕਸ਼ਮੀਰ ਦੇ ਲਈ ਜਿਹੜਾ ਡਬਲ ਸਿਟੀਜ਼ਨਸ਼ਿਪ ਦਾ ਦੋਹਰੀ ਨਾਗਰਿਕਤਾ ਦਾ ਕਨਸੈਪਟ ਸੀਗਾ ਉਹ ਚੱਲਦਾ ਸੀ। ਬਾਕੀ ਸਾਡੇ ਸਾਰੇ ਭਾਰਤ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਆ ਜੋ ਅਸੀਂ ਬ੍ਰਿਟੇਨ ਤੋਂ ਅਟੇਨ ਕੀਤਾ, ਬ੍ਰਿਟੇਨ ਤੋਂ ਜੋ ਅਸੀਂ ਆਈਡੀਆ ਲਿਆ ਆਪਣੇ ਸੰਵਿਧਾਨ ਚ, ਬਟ ਜੰਮੂ ਕਸ਼ਮੀਰ ਦੇ ਲਈ ਡਬਲ ਸਿਟੀਜ਼ਨਸ਼ਿਪ ਦਾ ਕਨਸੈਪਟ ਚੱਲਦਾ ਸੀ ਤੇ ਸਾਰੇ ਸਟੇਟਸ ਸੀਗੇ ਜਿਹੜੇ 370 ਆਰਟੀਕਲ ਦੇ ਅੰਡਰ ਦਿੱਤੇ ਗਏ ਸੀ। ਬਟ 5 ਅਗਸਤ 2019 ਨੂੰ ਜਦੋਂ ਇਹ ਬਿੱਲ ਪੇਸ਼ ਕੀਤਾ ਜਾਂਦਾ ਜੰਮੂ ਕਸ਼ਮੀਰ ਨੂੰ ਲੈ ਕੇ ਤਾਂ ਉਹਦੇ ਅੰਡਰ ਜਿਹੜਾ ਇਹ ਦਰਜਾ ਸੀਗਾ 370 ਦੇ ਅਕੋਰਡਿੰਗ ਇਹ ਖਤਮ ਕਰ ਦਿੱਤਾ ਸੀ। ਠੀਕ ਹੈ ਜੀ, ਕਲੀਅਰ। ਤਾਂ ਆਰਟੀਕਲ 370 ਨੂੰ ਖਤਮ ਕੀਤਾ। ਬਾਕੀ ਮੈਂ ਕੁਐਸਚਨ ਇੱਥੇ ਕਲੀਅਰ ਕਰ ਦਿੰਨੀ ਆ ਜਿਹੜੀਆਂ ਆਪਸ਼ਨਸ ਨੇ ਤੁਹਾਡੇ ਕੋਲ। 300A ਆਰਟੀਕਲ ਦੇ ਵਿੱਚ ਬੇਟਾ ਸਾਡੇ ਕੋਲ ਰਾਈਟ ਟੂ ਪ੍ਰਾਪਰਟੀ ਸ਼ਾਮਲ ਆ। ਠੀਕ ਹੈ, ਰਾਈਟ ਟੂ ਪ੍ਰਾਪਰਟੀ ਸੰਪਤੀ ਦਾ ਅਧਿਕਾਰ। ਕਾਹਦਾ ਅਧਿਕਾਰ ਜੀ, ਸੰਪਤੀ ਦਾ ਅਧਿਕਾਰ। ਇਹਦੇ ਚ ਦਰਜਾ ਜਿਹੜਾ ਪਹਿਲਾਂ ਸਾਡੇ ਕੋਲ ਫੰਡਾਮੈਂਟਲ ਰਾਈਟ ਸੀ, ਮੌਲਿਕ ਅਧਿਕਾਰ ਸੀ, 31 ਆਰਟੀਕਲ ਦੇ ਵਿੱਚ ਸ਼ਾਮਲ ਸੀਗਾ, ਬਟ 31 ਆਰਟੀਕਲ ਨੂੰ ਖਤਮ ਕਰ ਦਿੱਤਾ ਗਿਆ ਕਿ ਕਿਹੜੇ
ਕਿਹੜੀ ਸੋਧ ਦੇ ਰਾਹੀਂ? 44ਵੀਂ ਸੋਧ ਦੇ ਰਾਹੀਂ। 44ਵੀਂ ਸੋਧ ਕਦੋਂ ਹੁੰਦੀ ਹੈ? 1978 ਈਸਵੀ ਦੇ ਵਿੱਚ ਹੁੰਦੀ ਆ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਅੰਡਰ। ਤਾਂ 44ਵੀਂ ਸੋਧ 1978 ਦੇ ਰਾਹੀਂ ਜਿਹੜਾ ਸਪੈਸ਼ਲ ਦਰਜਾ ਸੀਗਾ, ਸਪੈਸ਼ਲ ਦਰਜਾ ਨਹੀਂ, ਜਿਹੜਾ ਰਾਈਟ ਟੂ ਪ੍ਰੋਪਰਟੀ ਸੀਗਾ ਉਹਨੂੰ ਖਤਮ ਕਰ ਦਿੱਤਾ ਗਿਆ। ਠੀਕ ਹੈ, ਕਾਦੇ ਵਿੱਚੋਂ? ਫੰਡਾਮੈਂਟਲ ਰਾਈਟਸ ਦੇ ਵਿੱਚੋਂ ਖਤਮ ਕਰਕੇ ਇਹਨੂੰ ਕੀ ਬਣਾ ਦਿੱਤਾ ਗਿਆ ਜੀ? ਲੀਗਲ ਰਾਈਟ। ਠੀਕ ਹੈ, ਲੀਗਲ ਰਾਈਟ ਬਣਾ ਦਿੱਤਾ ਗਿਆ, ਯਾਨੀ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਤੇ ਕਾਨੂੰਨੀ ਅਧਿਕਾਰ ਬਣਾ ਕੇ ਕਿਹੜੇ ਆਰਟੀਕਲ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ? 300 ਏ ਆਰਟੀਕਲ ਦੇ ਵਿੱਚ। ਕਿਹੜੇ ਆਰਟੀਕਲ ਚੋਂ ਕੱਢ ਕੇ? 31 ਆਰਟੀਕਲ ਦੇ ਵਿੱਚੋਂ ਕੱਢ ਕੇ ਕਿਹੜੇ ਆਰਟੀਕਲ ਚ ਪਾਤਾ? 300 ਏ ਆਰਟੀਕਲ ਦੇ ਵਿੱਚ। ਫੰਡਾਮੈਂਟਲ ਰਾਈਟਸ ਦੀ ਜਗ੍ਹਾ ਦੇ ਉੱਪਰ ਕੀ ਬਣਾਤਾ ਜੀ? ਫੰਡਾਮੈਂਟਲ ਰਾਈਟਸ ਦੀ ਜਗ੍ਹਾ ਉੱਪਰ ਕੀ ਬਣਾਤਾ? ਲੀਗਲ ਰਾਈਟ। ਕਲੀਅਰ ਜੀ। ਉਸ ਤੋਂ ਬਾਅਦ ਬੇਟਾ ਆਰਟੀਕਲ 324 ਤੇ 280। 324 ਆਰਟੀਕਲ ਦੇ ਵਿੱਚ ਆ ਬੇਟਾ ਸਾਡੇ ਕੋਲ ਵਿੱਤ ਆਯੋਗ, ਇਲੈਕਸ਼ਨ ਕਮਿਸ਼ਨ। ਠੀਕ ਹੈ, ਸੌਰੀ ਵਿੱਤ ਆਯੋਗ ਪੰਜਾਬੀ ਦੇ ਵਿੱਚ ਪੰਜਾਬੀ ਇਲੈਕਸ਼ਨ ਕਮਿਸ਼ਨ ਦੀ ਚੋਣ ਆਯੋਗ। ਠੀਕ ਹੈ, ਇਲੈਕਸ਼ਨ ਕਮਿਸ਼ਨ, ਇਲੈਕਸ਼ਨ ਕਮਿਸ਼ਨ, ਚੋਣ ਆਯੋਗ ਪੰਜਾਬੀ ਦੇ ਵਿੱਚ ਚੋਣ ਆਯੋਗ। ਠੀਕ ਹੈ ਜੀ। ਚੋਣ ਆਯੋਗ ਦੀ ਸਥਾਪਨਾ ਕਦੋਂ ਹੁੰਦੀ ਆ? 25 ਜਨਵਰੀ 1950 ਨੂੰ, ਜਦੋਂ ਸਾਡਾ ਸੰਵਿਧਾਨ ਲਾਗੂ ਹੁੰਦਾ 26 ਜਨਵਰੀ 1950 ਤੋਂ। ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆ ਉਹਦੀ ਸਥਾਪਨਾ ਹੁੰਦੀ ਆ। ਕਿਹੜੇ ਆਰਟੀਕਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਪ੍ਰੋਵੀਜ਼ਨ ਰੱਖੀ ਗਈ ਹੈਗੀ? ਉਹ ਹੈਗਾ ਜੀ 324 ਆਰਟੀਕਲ। ਠੀਕ ਹੈ ਜੀ। ਜਿਹੜਾ 280 ਆਰਟੀਕਲ ਹੈ ਇਹਦੇ ਵਿੱਚ ਹੈਗਾ ਵਿੱਤ ਆਯੋਗ, ਫਾਈਨਾਂਸ ਕਮਿਸ਼ਨ, ਵਿੱਤ ਆਯੋਗ यानी कि फाइनेंस कमीशन। ठीक है जी, फाइनेंस कमीशन। क्लीयर बेटा? तो ये तो सारे तो क्लीयर होने चाहिए। जेड़ा साडे कोल कई बार पूछ लिया जाता है ना कि अपने कोल फर्स्ट केड़ा सीगा, तो अपने कोल मौजूदा जिहड़ी तुसी मैनू ऑप्शन जिहड़ा तुसी मैनू आंसर देना। ठीक है, साडे कोल हुण जिहड़े हैगे ने हुण मौजूदा साडे कोल करंट इलैक्शन कमिश्नर कौन आ? ठीक है, ਤੇ ਕਰੰਟ ਮੌਜੂਦਾ ਜਿਹੜਾ ਹੈਗਾ ਫਾਈਨਾਂਸ ਕਮਿਸ਼ਨਰ ਕੌਣ ਆ? ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਬਟ ਫਸਟ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿੰਨੀ ਆ, ਜਿਹੜਾ ਫਸਟ ਇਲੈਕਸ਼ਨ ਕਮਿਸ਼ਨਰ ਸੀ, ਮੁੱਖ ਚੋਣ ਅਧਿਕਾਰੀ ਜਿਹੜਾ ਪਹਿਲਾ ਸੀ ਸਾਡੇ ਕੋਲ, ਉਹ ਕੌਣ ਸੀਗਾ ਜੀ? ਸੁਕੁਮਾਰ ਸਿੰਘ। ਠੀਕ ਹੈ, ਸੁਕੁਮਾਰ ਸਿੰਘ। ਠੀਕ ਹੈ ਜੀ। ਤੇ ਜਿਹੜਾ ਸਾਡੇ ਕੋਲ ਫਸਟ ਫਾਈਨਾਂਸ ਕਮਿਸ਼ਨਰ ਸੀਗਾ, ਫਸਟ ਫਾਈਨਾਂਸ ਕਮਿਸ਼ਨਰ, ਫਸਟ ਜਿਹੜਾ ਆਪਣੇ ਕੋਲੇ ਵਿੱਤ ਆਯੋਗ ਦਾ ਹੈਡ ਸੀ, ਚੇਅਰਮੈਨ ਸੀ। ਠੀਕ ਹੈ ਜੀ, ਫਾਈਨਾਂਸ ਕਮਿਸ਼ਨਰ, ਵਿੱਤ ਕਮਿਸ਼ਨਰ, ਉਹ ਕੌਣ ਸੀਗਾ ਜੀ? ਕੇ ਸੀ ਨਿਯੋਗੀ। ਤੁਸੀਂ ਮੈਨੂੰ ਦੱਸਣੇ ਨੇ ਕਿ ਕਰੰਟ ਸਾਡੇ ਕੋਲ ਕੌਣ ਨੇ। ਠੀਕ ਹੈ, ਮੌਜੂਦਾ ਸਾਡੇ ਕੋਲ ਕਿਹੜਾ ਫਾਈਨਾਂਸ ਕਮਿਸ਼ਨਰ ਹੈਗਾ ਤੇ ਕਿਹੜਾ ਸਾਡੇ ਕੋਲ ਚੋਣ ਆਯੋਗ ਦਾ ਮੁਖੀ ਹੈਗਾ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਠੀਕ ਹੈ ਜੀ, ਕਲੀਅਰ। ਨੈਕਸਟ ਕੁਐਸਚਨ ਆ ਬੇਟਾ ਆਪਣੇ ਕੋਲ, ਤਿੰਨ ਪੱਧਰੀ ਪੰਚਾਇਤ सिस्टम दी मध्य यूनिट केड़ी सी? ठीक है, देखो बेटा अपने कोल एक्चुअल दे विच की प्रोविजन सी। ठीक है, थोड़ी स्लाइड दी प्रॉब्लम आ जाती है, जिवें मैं हर क्लास दे विच ही दसदी हां ना, थोड़ा राइटिंग बोर्ड दे ऊपर इशू हो जाता। चलो, तीन पद्धरी पंचायत सिस्टम दी मध्य यूनिट केड़ी सीगी? तां देखो जिहड़ा तीन पद्धरी पंचायत सिस्टम आ ओहदा मतलब की है? 3 टायर सिस्टम। ठीक है, 3 टायर सिस्टम, 3 टायर सिस्टम सी, यानी कि तीन पद्धरी प्रणाली सी। सब तो पहला किहड़ी कमेटी दे द्वारा ਇਹਦੀ ਸਿਫਾਰਿਸ਼ ਕੀਤੀ ਗਈ? ਉਹ ਸੀ ਬਲਵੰਤ ਰਾਏ ਮਹਿਤਾ ਕਮੇਟੀ, ਬਲਵੰਤ ਰਾਏ ਮਹਿਤਾ ਕਮੇਟੀ। ਠੀਕ ਹੈ, ਕਦੋਂ ਬੈਠਦੀ ਹੈ ਜੀ? 1957 ਈਸਵੀ ਦੇ ਵਿੱਚ। ਉਸ ਤੋਂ ਬਾਅਦ ਅਸ਼ੋਕ ਮਹਿਤਾ ਕਮੇਟੀ, ਗੌਰਜਲ ਕਮੇਟੀ, ਹੈ ਨਾ, ਕੰਗਨ ਕਮੇਟੀ, ਲੋਟ ਆਫ ਕਮੇਟੀਜ਼ ਜਿਹੜੀਆਂ ਹੈਗੀਆਂ ਉਹ ਗਠਿਤ ਹੁੰਦੀਆਂ। ਠੀਕ ਹੈ, ਤਾਂ ਪਹਿਲੀ ਵਾਰ ਜਿਹੜੀ ਸੀ 3 ਟਾਇਰ ਸਿਸਟਮ, ਯਾਨੀ ਕਿ ਤਿੰਨ ਪੱਧਰੀ ਸਿਸਟਮ ਹੋਊਗਾ, ਇਹਦੀ ਸਿਫਾਰਿਸ਼ ਕਰਦੀ ਹੈਗੀ ਆ ਬਲਵੰਤ ਰਾਏ ਮਹਿਤਾ ਕਮੇਟੀ। ਤੇ ਉਹਨੇ ਤਿੰਨ ਪੱਧਰ ਕਿਹੜੇ ਦੱਸੇ? ਸਭ ਤੋਂ ਉੱਪਰਲਾ ਪੱਧਰ ਉਹਨਾਂ ਨੇ ਕਿਹਾ ਜ਼ਿਲ੍ਹਾ। ਠੀਕ ਹੈ, ਜ਼ਿਲ੍ਹਾ ਪ੍ਰੀਸ਼ਦ ਹੋਊਗੀ। ਮੱਧ ਦੇ ਵਿੱਚ ਉਹਨਾਂ ਨੇ ਕਿਹਾ ਬਲਾਕ ਸੰਮਤੀ ਹੋਊਗੀ। ਠੀਕ ਹੈ, ਬਲਾਕ ਸੰਮਤੀ ਹੋਊਗੀ ਜਾਂ ਮੰਡਲ। ਠੀਕ ਹੈ, ਤਾਂ ਦੇਖੋ ਜਿਹੜੀ ਸਭ ਤੋਂ ਲੋਅਰ ਲੈਵਲ ਦੇ ਵਿੱਚ ਉਹਨਾਂ ਨੇ ਕਿਹਾ ਗ੍ਰਾਮ ਪੰਚਾਇਤ ਹੋਊਗੀ, ਪਿੰਡਾਂ ਦੇ ਵਿੱਚ। ਠੀਕ ਹੈ, ਬਿਲਕੁਲ ਲੋਅਰ ਲੈਵਲ ਦੇ ਵਿੱਚ ਕੀ ਹੋਊਗਾ ਜੀ? ਗ੍ਰਾਮ ਪੰਚਾਇਤ ਹੋਊਗੀ। ਤਾਂ ਇਸ ਤਰੀਕੇ ਦੀ ਜਿਹੜੀ ਡਿਵੀਜ਼ਨ ਸੀਗੀ ਉਹ ਕੀਤੀ ਗਈ, ਕਾਦੇ ਲਈ? रूरल एरिया दे विच। ठीक है, ਜਿਹੜੀ ਤਿੰਨੋਂ ਡਿਵੀਜ਼ਨ ਹੈਗੀਆਂ ਨੇ ਬੇਟਾ ਰੂਰਲ ਏਰੀਆ ਦੇ ਲਈ ਹੀ ਇਹ ਤਿੰਨੋਂ ਡਿਵੀਜ਼ਨ ਨੇ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਰੂਰਲ ਯਾਨੀ ਕਿ ਪੇਂਡੂ ਖੇਤਰ ਦੇ ਵਿੱਚ ਤਿੰਨ ਪੱਧਰੀ ਪ੍ਰਣਾਲੀ ਅਡਾਪਟ ਕੀਤੀ ਜਾਊਗੀ। ਸਭ ਤੋਂ ਉੱਪਰਲਾ ਲੈਵਲ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਹੋਗੀ, ਮੱਧ ਦੇ ਵਿੱਚ ਬਲਾਕ ਸੰਮਤੀ ਹੋਗੀ, ਜਿਹਨੂੰ ਮੰਡਲ ਪ੍ਰੀਸ਼ਦ ਵੀ ਕਈ ਵਾਰ ਲਿਖਿਆ ਜਾਂਦਾ, ਮੰਡਲ ਪ੍ਰੀਸ਼ਦ। ਠੀਕ ਹੈ, ਤੇ ਇਸੇ ਸੰਮਤੀ ਨੂੰ ਜਿਹੜੀ ਬਲਾਕ ਸੰਮਤੀ ਹੈਗੀ ਹੈ, ਇਸੇ ਲਈ ਹੀ ਇੱਕ ਹੋਰ ਨਾਮ ਯੂਜ਼ ਕੀਤਾ ਜਾਂਦਾ ਹੈਗੀ ਪੰਚਾਇਤ ਸਮਿਤੀ, पंचायत समिति। ठीक है जी,
ਤੇ ਜਿਹੜੀ ਪਿੰਡਾਂ ਦੇ ਵਿੱਚ ਉਹ ਕੀ ਹੈ ग्राम पंचायत। ਇਹਦਾ ਮਤਲਬ ਸਾਡੇ ਕੋਲ ਮੱਧ ਯੂਨਿਟ ਕਿਹੜੀ ਹੋਗੀ ਜੀ, ਸਾਡੇ ਕੋਲ ਬਲਾਕ ਸਮਿਤੀ, ਮੰਡਲ ਪ੍ਰੀਸ਼ਦ ਜਾਂ ਪੰਚਾਇਤ ਸਮਿਤੀ। ਠੀਕ ਹੈ ਜੀ, ਤਾਂ ਸਾਡੇ ਕੋਲ ਆंसर ਆ ਗਿਆ ਪੰਚਾਇਤ ਸਮਿਤੀ ਕਿ 3 ਪੱਧਰੀ ਪੰਚਾਇਤ ਸਿਸਟਮ ਦੀ ਮੱਧ ਯੂਨਿਟ ਕੀ ਹੈਗੀ ਆ, ਪੰਚਾਇਤ ਸਮਿਤੀ। ਠੀਕ ਹੈ, ग्राम पंचायत ਪਿੰਡਾਂ ਦੇ ਵਿੱਚ ਜਿਹੜਾ ਹੈ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ। ਠੀਕ ਹੈ, ਬਲਾਕ ਜਿਹੜੇ ਬਣਾ ਕੇ ਉਹਨਾਂ ਦੇ ਵਿੱਚ ਪੰਚਾਇਤ ਸਮਿਤੀਆਂ ਹੋਣਗੀਆਂ। ਜਿਹੜੀ ਡਿਵੀਜ਼ਨ ਬੇਟਾ ਕੀਤੀ ਹੋਈ ਹੈ ਇੱਥੇ ਨਗਰ ਪੰਚਾਇਤ ਦੀ, ਨਗਰ ਪੰਚਾਇਤ ਸ਼ਹਿਰੀ ਯੂਨਿਟ ਆ, ਸ਼ਹਿਰੀ ਯੂਨਿਟ ਆ। ਠੀਕ ਹੈ, ਮਿਊਨਿਸਪੈਲਿਟੀਜ਼ ਦੇ ਅੰਡਰ ਇਹ ਡਿਵੀਜ਼ਨ ਕੀਤੀ ਜਾਊਗੀ ਤੇ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ 3 ਟਾਇਰ ਸਿਸਟਮ ਹੀ ਆ, 3 ਲੈਵਲ ਦੇ ਵਿੱਚ ਡਿਵਾਈਡੇਸ਼ਨ ਕੀਤੀ ਗਈ ਆ। ਸਭ ਤੋਂ ਪਹਿਲਾਂ ਆ ਗਈ ਨਗਰ ਪੰਚਾਇਤ। ਠੀਕ ਹੈ, ਨਗਰ ਪੰਚਾਇਤ, ਦੈਨ ਆ ਗਈ ਆਪਣੇ ਕੋਲ ਨਗਰ ਪ੍ਰੀਸ਼ਦ ਜਾਂ ਮਿਊਨਿਸਪਲ ਕਾਉਂਸਲ, ਜਿਹਨੂੰ ਅਸੀਂ ਕਹਿ ਦਿੰਦੇ ਆ ਨਗਰ ਪ੍ਰੀਸ਼ਦ, ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਮਿਊਨਿਸਪਲ ਕਾਉਂਸਲ, ਤੇ ਦੈਨ ਆ ਗਈ ਮਿਊਨਿਸਪਲ ਕਾਰਪੋਰੇਸ਼ਨ, ਜਿਹਨੂੰ ਅਸੀਂ ਆਖ ਦਿੰਦੇ ਹੈਗੇ ਆ ਨਗਰ ਨਿਗਮ। ਠੀਕ ਹੈ ਜੀ, ਨਗਰ ਨਿਗਮ। ਕਲੀਅਰ। ਤਾਂ ਜਿਹੜੀ ਨਗਰ ਪੰਚਾਇਤ ਇੱਥੇ ਟਰਮ ਦਿੱਤੀ ਗਈ ਹੈਗੀ ਆ, ਜਿਹੜੇ ਪਿੰਡ ਸ਼ਹਿਰਾਂ ਦੇ ਵਿੱਚ ਤਬਦੀਲ ਹੋਏ ਆ, ਜਿਹੜੇ ਪਿੰਡ ਹੌਲੀ ਹੌਲੀ ਵੱਡੇ ਹੋ ਗਏ ਤੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਤਬਦੀਲ ਹੋ ਗਏ, ਉੱਥੇ ਹੋਣਗੀਆਂ ਨਗਰ ਪੰਚਾਇਤਾਂ। ਇਹ ਸ਼ਹਿਰਾਂ ਦੀ ਡਿਵੀਜ਼ਨ ਆ। ਠੀਕ ਹੈ, ਕਲੀਅਰ। ਪੰਚਾਇਤਾਂ ਜਿਹੜੀਆਂ ਉਹ ਕਿੱਥੇ ਹੋਣਗੀਆਂ, ਪਿੰਡਾਂ ਦੇ ਵਿੱਚ, ਤੇ ਮਿਊਨਿਸਪੈਲਿਟੀਜ਼ ਕਿੱਥੇ ਹੋਣਗੀਆਂ, ਸ਼ਹਿਰਾਂ ਦੇ ਵਿੱਚ। ਨੈਕਸਟ ਕੁਐਸਚਨ ਹੈ ਬੇਟਾ ਆਪਣੇ ਕੋਲ, ਸੰਸਦ ਦੀ ਚੋਣਾਂ ਦੇ ਲਈ ਉਮੀਦਵਾਰ ਦੀ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ। ਦੇਖੋ ਸੰਸਦ ਦੀ ਗੱਲ ਹੋਈ ਹੈ, ਸੰਸਦ ਯਾਨੀ ਕਿ ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ, ਸੰਸਦ। ਪਾਰਲੀਮੈਂਟ ਦੇ ਵਿੱਚ ਬਾਈ ਕੈਮਰਲ ਸਿਸਟਮ ਆ। ਠੀਕ ਹੈ, ਸਾਡੇ ਕੋਲ ਇੱਕ ਹੈਗੀ ਆ ਲੋਕ ਸਭਾ, ਕੇਂਦਰ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਨਾ ਤਾਂ ਲੋਕ ਸਭਾ, ਤੇ ਇੱਕ ਆਪਣੇ ਕੋਲ ਹੈਗੀ ਆ ਰਾਜ ਸਭਾ। ਠੀਕ ਹੈ, ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਜੀ, 25 ਸਾਲ, ਤੇ ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ, 30 ਸਾਲ। ਠੀਕ ਹੈ, ਤਾਂ ਹੁਣ ਸਾਡੇ ਕੋਲ ਇਹਨਾਂ ਨੇ ਪੁੱਛਿਆ ਸੰਸਦ ਯਾਨੀ ਕਿ ਪਾਰਲੀਮੈਂਟ, ਇਹਦਾ ਮਤਲਬ ਲੋਕ ਸਭਾ ਦੀ ਉਮਰ ਵੀ ਹੋ ਸਕਦੀ ਹੈ, ਰਾਜ ਸਭਾ ਦੀ ਵੀ ਉਮਰ ਵੀ ਹੋ ਸਕਦੀ ਹੈ। ਤਾਂ ਘੱਟ ਤੋਂ ਘੱਟ ਪੁੱਛਿਆ ਤਾਂ ਘੱਟ ਤੋਂ ਘੱਟ ਮਤਲਬ ਲੋਕ ਸਭਾ ਦੇ ਹਿਸਾਬ ਨਾਲ ਕੰਸੀਡਰ ਕਰਾਂਗੇ ਕਿੰਨੀ ਹੈਗੀ ਹੈ ਜੀ, 25 ਸਾਲ। ਤਾਂ ਸਾਡਾ ਆਂਸਰ ਇੱਥੇ ਕੀ ਬਣ ਜਾਊਗਾ, 25 ਸਾਲ। ਠੀਕ ਹੈ, ਸੰਸਦ ਦੀ ਪੁੱਛੀ ਹੈ ਤਾਂ ਲੋਕ ਸਭਾ ਦੀ ਲੋਐਸਟ ਏਜ ਕਿੰਨੀ ਹੈਗੀ ਹੈ, 25 ਸਾਲ। ਤਾਂ ਇਸ ਕਰਕੇ ਸਾਡਾ ਆਂਸਰ ਕੀ ਬਣ ਗਿਆ, 25 ਸਾਲ। ਠੀਕ ਹੈ ਜੀ, ਤਾਂ ਆਂਸਰ ਆ ਗਿਆ 25 ਸਾਲ। ਕਲੀਅਰ। ਜਿਹੜੀ 18 ਸਾਲ ਉਮਰ ਹੈਗੀ ਆ, ਇਹ ਹੈਗੀ ਆ ਬਾਲਗ ਮਤਦਾਨ ਦੀ। ਠੀਕ ਹੈ, ਬਾਲਗ ਮਤਦਾਨ ਦੀ ਜਿਹੜੀ ਪਹਿਲਾਂ ਉਮਰ ਸੀਗੀ ਜਦੋਂ ਸਾਡਾ ਸੰਵਿਧਾਨ ਲਾਗੂ ਹੁੰਦਾ ਕਿੰਨੀ ਸੀਗੀ, 21 ਸਾਲ ਸੀਗੀ, ਬਟ 21 ਸਾਲ ਉਮਰ ਨੂੰ ਖਤਮ ਕਰ ਦਿੱਤਾ ਗਿਆ ਕਿਹੜੀ ਸੋਧ ਦੇ ਰਾਹੀਂ, 61ਵੀਂ ਸੋਧ ਦੇ ਰਾਹੀਂ 1999 ਈਸਵੀ ਦੇ ਵਿੱਚ, ਤੇ ਉਮਰ 25 ਸਾਲ ਤੋਂ ਕਿੰਨੀ ਕਰ ਦਿੱਤੀ ਗਈ ਜੀ, 18 ਸਾਲ। ਤਾਂ ਹੁਣ ਮਤਦਾਨ ਦੀ ਉਮਰ ਕਿੰਨੀ ਹੈਗੀ ਆ, 18 ਸਾਲ। ਠੀਕ ਹੈ ਜੀ, ਕਲੀਅਰ। ਜਿਹੜੀਆਂ ਬੇਟਾ ਲੋਕਲ ਗਵਰਨਮੈਂਟਸ ਹੈਗੀਆਂ, ਪੰਚਾਇਤੀ ਸਿਸਟਮ ਹੈਗਾ, ਲੋਕਲ ਗਵਰਨਮੈਂਟ ਆ, ਬੇਸ਼ੱਕ ਉਹ ਰੂਰਲ ਏਰੀਆ ਦੇ ਵਿੱਚ ਆ। ਠੀਕ ਹੈ, ਪੰਚਾਇਤੀ ਸਿਸਟਮ, ਬਲਾਕ ਸਮਿਤੀਆਂ ਹੋ ਗਈਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਹੋਗੀ, ਉਹਨਾਂ ਸਾਰਿਆਂ ਦੀ ਉਮਰ ਕਿੰਨੀ ਹੋਗੀ, 21 ਸਾਲ ਹੋਗੀ। ਜੇ ਆਪਾਂ ਮਿਊਨਿਸਪੈਲਿਟੀਜ਼ ਸ਼ਹਿਰੀ ਖੇਤਰ ਦੀ ਗੱਲ ਕਰਦੇ ਹਾਂ, ਅਰਬਨ ਏਰੀਆ ਦੀ ਗੱਲ ਕਰਦੇ ਹਾਂ, ਤਾਂ ਜਿਹੜਾ ਮੇਅਰ ਬਣਦਾ ਹੈਗਾ, ਮੇਅਰ ਬਣਦੇ ਹੈਗੇ ਆ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ। ਠੀਕ ਹੈ, ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕੌਣ ਬਣਦੇ ਹੈਗੇ ਆ, ਮੇਅਰ। ਠੀਕ ਹੈ, ਕਾਰਪੋਰੇਸ਼ਨ ਦੀ ਗੱਲ ਕਰਦੀ ਹਾਂ ਮੈਂ, ਮਿਊਨਿਸਪਲ ਕਾਰਪੋਰੇਸ਼ਨ ਪੰਜਾਬੀ ਦੇ ਵਿੱਚ ਆ ਗਈ ਆਪਣੇ ਕੋਲ ਨਗਰ ਨਿਗਮ। ਠੀਕ ਹੈ, ਤਾਂ ਨਗਰ ਨਿਗਮਾਂ ਦੇ ਵਿੱਚ ਮੇਅਰ ਬਣਦੇ ਆ। ਤਾਂ ਨਗਰ ਨਿਗਮ ਦੇ ਬੰਦੇ ਦੀ ਉਮਰ ਹੈ ਜਿਹੜੀ ਹੈਡ ਦੀ ਚੇਅਰ ਮੇਨ ਦੀ ਜਿਹੜੀ ਯਾਨੀ ਕਿ ਮੇਅਰ ਦੀ ਜਿਹੜੀ ਉਮਰ ਹੋਊਗੀ ਉਹ 25 ਸਾਲ ਹੋਊਗੀ। ਬਾਕੀ ਸਾਰਿਆਂ ਦੀ ਉਮਰ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਕੰਸੀਡਰ ਕਰ ਲਈ ਜਾਂਦੀ ਹੈ, 21 ਸਾਲ। ਠੀਕ ਹੈ ਜੀ, ਕਲੀਅਰ। ਤੇ 30 ਸਾਲ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ, 30 ਸਾਲ ਕਿਹਦੀ ਉਮਰ ਹੋਊਗੀ ਜੀ, ਜਾਂ ਤਾਂ ਰਾਜ ਸਭਾ ਦੇ ਮੈਂਬਰਾਂ ਦੀ। ਠੀਕ ਹੈ, ਜਾਂ ਫਿਰ ਜਿਹੜੇ ਸਟੇਟਾਂ ਦੇ ਵਿੱਚ ਬਾਈ ਕੈਮਰਲ ਲੈਜਿਸਲੇਟਰ ਹੈਗੀ ਆ, ਜਿੱਥੇ ਆਪਾਂ ਇਹ ਕਹਿ ਦਈਏ ਕਿ ਲੈਜਿਸਲੇਟਿਵ ਕਾਉਂਸਲ ਹੈਗੀ ਆ। ਠੀਕ ਹੈ, ਜਿੱਥੇ ਵੀ ਲੈਜਿਸਲੇਟਿਵ ਕਾਉਂਸਲ ਹੋਊਗੀ। ਲੈਜਿਸਲੇਟਿਵ ਕਾਉਂਸਲ ਕੀ ਹੁੰਦੀ ਹੈ, ਸਭ ਕੁਝ ਤੁਹਾਡਾ ਕਲਾਸ ਦੇ ਵਿੱਚ ਮੈਂ ਕਰਾ ਚੁੱਕੀ ਹਾਂ। ਲੈਜਿਸਲੇਟਿਵ ਕਾਉਂਸਲ, ਠੀਕ ਹੈ, ਤੁਹਾਨੂੰ ਪਤਾ ਕਿ ਰਾਜ ਸਭਾ ਵਰਗੀ ਹੀ ਰਾਜਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਲ ਹੁੰਦੀ ਹੈ, ਲੋਕ ਸਭਾ ਵਰਗੀ ਰਾਜਾਂ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ। ਠੀਕ ਹੈ, ਕਲੀਅਰ। ਤਾਂ ਸਾਡੇ ਕੋਲ ਜਿਹੜੀ ਲੈਜਿਸਲੇਟਿਵ ਕਾਉਂਸਲ ਤੇ ਰਾਜ ਸਭਾ ਦੋਨਾਂ ਦੀ ਉਮਰ ਕਿੰਨੀ ਹੋਊਗੀ ਮੈਂਬਰਾਂ ਦੀ, 30 ਸਾਲ। ਠੀਕ ਹੈ ਜੀ, ਇਸ ਤੋਂ ਬਿਨਾ ਜਿਵੇਂ ਗੱਲ ਕਰਾਂ, ਪ੍ਰੈਜ਼ੀਡੈਂਟ ਹੋ ਗਿਆ, ਰਾਸ਼ਟਰਪਤੀ ਜਾਨੀ ਕਿ, ਠੀਕ ਹੈ, ਪ੍ਰੈਜ਼ੀਡੈਂਟ ਪਲੱਸ ਵਾइस ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ, ਦੋਨਾਂ ਦੀ ਉਮਰ ਕਿੰਨੀ ਹੋਊਗੀ, 35 ਸਾਲ। ਕਲੀਅਰ ਜੀ। नेक्स्ट क्वेश्चन जी अपने को, मद्रास हाई कोर्ट की स्थापना कदों हुंदी है, भी काफी इंपोर्टेंट क्वेश्चन है ना, काफी बार एग्जाम दे विच पूछा जाता। तो मद्रास हाई कोर्ट की जिहड़ी स्थापना हुंदी है बेटा 1862 ईस्वी दे विच हुंदी है। असल दे विच सब तो पहली हाई कोर्ट है जिहदी स्थापना हुंदी है। उस तो बाद बेटा 1862 ईस्वी दे विच तीन जिहड़ियां हाई कोर्ट की स्थापना हुंदी है, मद्रास, बॉम्बे, ठीक है, मद्रास हो गया, साडे कोल बॉम्बे हो गया ते कलकत्ता हो गया। इन्हां तिन्हां दी स्थापना ही
1862 ਚ ਹੁੰਦੀ ਹੈ। बट मद्रास हाई कोर्ट की गल की गई है तो मद्रास हाई कोर्ट की जे मैं सीट की गल करा तो सीट कित्थे हैगी है जी, मद्रास हाई कोर्ट की सीट हैगी है चेन्नई। ठीक है, चेन्नई दे विच आ। जिवें साडी चंडीगढ़ है ना पंजाब हरियाणा हाई कोर्ट, तो उस तरीके नाल मद्रास हाई कोर्ट की कित्थे है, चेन्नई दे विच आ। जे मैं इहदे टैरीटोरीअल यूरीडिक्शन की गल करा, टैरीटोरीअल यूरीडिक्शन दा हैगा कि किहड़े-किहड़े राज जां किहड़ियां-किहड़ियां यूनियन टैरीटरी दी जिहड़ी ये हाई कोर्ट होगी। तो मद्रास हाई कोर्ट जिहड़ी हैगी है ये दोवां दी कंसीडर करदे हां असीं। एक तां हो गया तमिलनाडु, ठीक है, एक हो गया तमिलनाडु ते दूजा साडे कोल आ गई पुडुचेरी यानी कि पौंडीचेरी। ठीक है जी, पुडुचेरी जिहड़ी कि यूटी है, तो एक यूटी ते एक स्टेट दोनों की जिहड़ी हैगी आ मद्रास हाई कोर्ट सांझी हाई कोर्ट है। ठीक है, मौजूदा पुछन तां साडे कोल टोटल कितनियां हाई कोर्ट्स ने, साडे कोल मौजूदा 25 हाई कोर्ट्स ने। ठीक है, किहड़े आर्टिकल दे विच इहदी प्रोविजन कीती गई है, तो 214 आर्टिकल दे अंडर जिहड़ियां हैगियां ने बेटा साडे कोल हाई कोर्ट्स दा गठन किया गया। ठीक है, ये भी तुहानूं क्लीयर होना चाहिए। तो 214 आर्टिकल दे विच जिहड़ियां हैगियां कि हाई कोर्ट्स होणगियां, ये क्या गया हर स्टेट दे विच हाई कोर्ट होगी। बट नाल ही फिर 7वीं सोध हुंदी है। ठीक है, तो जिहड़ी 7वीं सोध हुंदी हैगी आ साडे कोल 7वीं सोध 1956 ईस्वी दे विच हुंदी है। उहदे लई ये भी आख्या गया कि जिहड़ियां दो स्टेट्स ने जां दो तो ज्यादा स्टेट्स ने उन्हां दी सांझी हाई कोर्ट भी पॉसिबल है। ठीक है, इस करके काफी जिहड़ियां हैगियां स्टेटां उन्हां दी सांझी हाई कोर्ट भी है। जिवें आपां कह दईए कि सांझी हाई कोर्ट हो सकदी है, जिवें आपां कहता कि पंजाब हरियाणा दी है ना, पंजाब हरियाणा ते चंडीगढ़, इन्हां तिन्नां दी सांझी हाई कोर्ट आ पंजाब हरियाणा हाई कोर्ट, जिहड़ी चंडीगढ़ दे विच स्थित है, जिहड़ी साडी हाई कोर्ट है। ठीक है जी, नैक्सट क्वेश्चन है बेटा अपने को लोक सभा की पहली महिला स्पीकर कौन सा। देखो साडे को लोक सभा की जिहड़ी पहली स्पीकर सीगी वो कौन सीगी, तो लोक सभा की जिहड़ी पहली स्पीकर अपने को है बेटा जी आंसर आऊगा साडे को मीरा कुमार। ठीक है, फर्स्ट जिहड़ी स्पीकर सीगी लोक सभा की। इन्ना तुहानूं क्लीयर होगा कि स्पीकर हुंदे ने है ना, मौजूदा साडे को स्पीकर कौन है, तुसीं मैनूं कमेंट बॉक्स दे विच दसो। ठीक है, ये तुसीं मैनूं कमेंट बॉक्स दे विच दसो कि करंट जिहड़ा साडे को स्पीकर हैगा लोक सभा दा वो कौन आ। तो मीरा कुमार फर्स्ट फीमेल स्पीकर सीगी साडी लोक सभा दी। इस तो बिना बाकी क्लीयर कर देनी है मैं सुचेत कृपालनी। तो सुचेत कृपालनी बेटा अपने को फर्स्ट सीएम सीगी, मतलब सारियां इत्थे महिलावां ने। पहला तो मैं ये क्लीयर करदा कि सारियां ही वुमेन ने। ठीक है, सारियां ही वुमेन ने। तो मीरा कुमार साडे कोल बेटा की सीगी फर्स्ट फीमेल स्पीकर, फर्स्ट फीमेल स्पीकर। फर्स्ट सीएम यानी कि मुख्यमंत्री। तो पहली साडे कोल जिहड़ी मुख्यमंत्री सीगी वो कौन सी, सुचेत कृपालनी। ते कित्थों दी सीगी जी, ये सीगी साडे कोल यूपी दी। ठीक है, सारियां चीजां इंपॉर्टेंट ने जिवें मैं तुहानूं बार-बार क्लीयर कर रही हां। ठीक है, उस तो बाद बेटा साडे कोल आ गया सरोजनी नायडू। तो सरोजनी नायडू कौन सीगे साडे कोल, फर्स्ट गवर्नर। ठीक है, साडे कोल की ने जी फर्स्ट गवर्नर कौन सीगे, सरोजनी नायडू। तो फर्स्ट गवर्नर जी साडे कोल फर्स्ट फीमेल गवर्नर, ये भी यूपी दी सी। इस तो बिना सरोजनी नायडू हिस्ट्री दे विच प्रेसिडेंट रहे ने, कादे प्रेसिडेंट रहे ने, इंडियन नेशनल कांग्रेस के। ठीक है, पहली भारतीय महिला। ठीक है, वैसे महिला नहीं क्योंकि इन्हां तो पहला एनी बसंत सी जिहड़ी इंडियन नेशनल कांग्रेस की प्रधान रह चुकी सीगी। एक जिहड़ा अधिवेशन सी है ना, एक जिहड़ा सैशन होया ओदी प्रधान रह चुकी सी। बट उस तो बिना जिहड़ी सी पहली भारतीय कंसीडर करदे तो उसी सरोजनी नायडू नूं ही कंसीडर करदे आ। ठीक है जी, इंदिरा गांधी की गल करते हैं तो पहली पीएम, पहली प्रधानमंत्री, पहली महिला प्रधानमंत्री कौन सी, इंदिरा गांधी। क्लियर, तो क्लियर होने चाहिए ने। सुचेत कृपालनी फर्स्ट फीमेल सीएम, सरोजनी नायडू फर्स्ट फीमेल गवर्नर, इंदिरा गांधी फर्स्ट फीमेल पीएम ते मीरा कुमार फर्स्ट फीमेल स्पीकर। ठीक है जी, नैक्सट क्वेश्चन है बेटा जी अपने कोल केड़ा कर राज्य सरकार लाउंदी ते इकट्ठा करदी है। मतलब केड़ा जिहड़ा टैक्स है ना स्टेट का ही टैक्स आ, जिन्हों लाऊगी भी स्टेट गवर्नमेंट। ठीक है, कलैक्ट भी स्टेट गवर्नमेंट करूगी, यूज भी एक्सपेंडिचर ओदा सारा खर्च भी स्टेट गवर्नमेंट करूगी। तो की हैगा जी साडे कोल भूमि कर यानी कि लैंड रेवेन्यू। ठीक है, लैंड रेवेन्यू। इस तो बिना बाकी भी जिहड़े टैक्स है स्टेट गवर्नमेंट के टैक्स मैं तुहानूं इत्थे लिख दिंदी आ। सेल्स टैक्स हो गया, लिख लो। ठीक है, सारे सेल्स टैक्स हो गया, वैट हो गया। ठीक है जी, लग्जरी टैक्स हो गया, लग्जरी लग्जरी टैक्स हो गए। ठीक है जी, इस तो बिना अपने कोल आप कह सकते हैं इंटरटेनमेंट टैक्स हो गया, एंटरटेनमेंट
एंटरटेनमेंट टैक्स हो गया जी, ठीक है। लैंड बिल्डिंग मिनरल राइट्स इन्हां चीज़ों के उपर जिहड़े टैक्स हो गए, प्रोफैशनल टैक्स हो गए, ठीक है। एग्रीकल्चर तो जिहड़ी इनकम हुंदी है उहदे उपर जो टैक्स हो गए वो सारे टैक्स स्टेट गवर्नमेंट के ही टैक्स होणगे, ठीक है। तो आंसर आ गया साडे कोल भूमि कर। इस तो बिना बाकी मैं इत्थे क्लीयर करदा जिहड़ा आमदन कर हैगा, ठीक है। आमदन कर की गल कीती है तो आमदन कर जां आपां कह दईए इनकम टैक्स, पंजाबी दे विच इनकम टैक्स, इंग्लिश दे विच इनकम टैक्स, ठीक है। तो इनकम टैक्स बेटा जिहड़ी सेंटर गवर्नमेंट हैगी आ, ठीक है, सेंटर ते स्टेट दोनों का इहदे च रोल हुंदा। तो जिहड़ी सेंटर गवर्नमेंट हुंदी आ ओह की करदी हैगी इस टैक्स नूं लाऊगी, लाउंदी भी सेंटर गवर्नमेंट आ, इकट्ठा भी सेंटर गवर्नमेंट करदी है, ठीक है। बट जिहड़ा इहदी डिवीजन हैगी आ, जिहड़ा इह इनकम टैक्स हैगा इहनूं डिवाइड दोनां दे विच कीता जांदा, यानी डिवाइड मतलब जिन्ना भी टैक्स होऊगा ये अद्धा जिहड़ी हैगी आ स्टेट गवर्नमेंट रख लैंदी है ते अद्धा जिहड़ा हैगा ओह सेंटर गवर्नमेंट नूं दे दित्ता जांदा, किहड़ा आमदन कर, ठीक है जी। देन आ गया अपने को स्टैंप ड्यूटी। स्टैंप ड्यूटी की जे मैं गल करां इहदे च भी सेंटर दा भी रोल आ, ठीक है, स्टेट दा भी रोल आ। सेंटर की करूगी लाऊगी, ठीक है, की है जिहड़ा सेंटर हैगी है इस टैक्स नूं लाउंदी आ, इकट्ठा भी करदी आ, इकट्ठा भी करदी है। बट इस टैक्स नूं यूज कौन करदी हैगी आ, स्टेट, ठीक है। इस तो बिना होर भी काफी टैक्स आ जिन्हां नूं सेंटर गवर्नमेंट लाउंदी आ, इकट्ठा भी करदी आ, बट यूज करन दे लई खर्च करन दे लई राज सरकारां नूं दे दित्ता जांदा। ओह किहड़े-किहड़े होणगे जी, जिवें आपां स्टैंप ड्यूटी तुहाडी हो ही गई है, स्टैंप ड्यूटी तो बिना एक्साइज ड्यूटी, ठीक है। एक्साइज ड्यूटी किन्हां दे उपर, एक्साइज ड्यूटी ऑन मेडिकल, जिन्नियां भी मेडिकल दवाइयां हो गई, ठीक है, इन्हां चीज़ों के उपर, एंड टॉयलेट मटीरियल, टॉयलेट मटीरियल। इस तो बिना जिहड़ा प्रोडक्शन हैगा कॉस्मेटिक जिहड़ा समान हुंदा, श्रृंगार दा समान हुंदा, उन्हां उपर जिहड़े टैक्स लगदे ओह भी इसे दे अंडर ही असीं रखदे हां, ठीक है जी। रेल किराया बेटा सेंटर दा ही है, साफ-साफ, ठीक है, सेंटर। तो जिहड़ी सेंटर हैगी आ इस टैक्स नूं की करदी हैगी आ, कलैक्ट करदी आ, ठीक है, इकट्ठा भी करूगी ते जिहड़ा हैगा हाँ कलैक्ट भी इनू। अच्छा थोड़ी जी एक चीज मैं मेरे तो गलत बोली कि मैं इत्थे जिहड़ा सेंटर रेल टैक्स हैगा ना, सेंटर गवर्नमेंट इनू लाउ कलैक्ट करूगी, लाऊगी भी, बट इनू यूज कौन करूगा, स्टेट। हुण तुहानू कन्फ्यूजन हो गई होनी है ना, मेरे तो एक्चुअल बोलिया गलत गया। इनू यूज स्टेट करूगी, यानी रेल किराया हो गया कलैक्ट किने कीता, सेंटर ने, लाऊगी भी ये टैक्स नू लाऊगा भी कौन, सेंटर गवर्नमेंट लाऊगी, है ना। बट इनू यूज कौन करूगा, यूज करन दे लई किनू दे दित्ता जांदा है, राजा नू। बट इत्थे हुण एक चीज ध्यान दे विच रखियो, मैं स्टैंप ड्यूटी च भी सेम बोलिया सी, इत्थे ध्यान दे विच रखियो ये टैक्स नू स्टैंप ड्यूटी के अंडर मैं जिन्ने भी टैक्स बोले उन्हां नू सेंटर गवर्नमेंट लाऊगी, ठीक है। सेंटर गवर्नमेंट की है टैक्स लाउंदी है, बट इस टैक्स नू कलैक्ट ते यूज कौन कर रहा हैगा जी, राज सरकार, ठीक है, राज सरकार। जिन्ने भी मैं बोले सी स्टैंप ड्यूटी जां आपां कह दईए एक्सरसाइज ड्यूटी होगी, मेडिकल ते टॉयलेट मटीरियल दे उपर जां फिर श्रृंगार समान दे उपर, ये सारा किहदे अंडर आ जाऊगा जी, यही सेंटर गवर्नमेंट दे टैक्स ने, बट यूज कौन कर रहा हैगा, राज सरकार। सेम जिहड़ा हैगा रेल किराया हो गया ना, ये सेंटर गवर्नमेंट दा टैक्स आ, सेंटर गवर्नमेंट दा ही टैक्स आ, ठीक है। कलैक्ट भी सेंटर गवर्नमेंट ही करूगी, बट यूज करन दे लई किहनू दे दित्ता जांदा हैगा जी, ये स्टेटां नू सौंप दित्ता जांदा। इहदे विच होर भी काफी टैक्स जिहड़े है असीं ऐड कर दिंने आ, जिवें आपां कहता कि एक तो हो गया भूमि कर तो जां भूमि तो होने वाला टैक्स, लैंड तो होने वाला टैक्स। बट एक लैंड हुंदी है जिते खेती नहीं हुंदी, है ना, तो बिना खेती जिहड़ी हैगी आ लैंड जिते खेती नहीं हो रही, उस खेती दे उपरों जिहड़ी कलैक्शन होऊगी, जां आपां कह दईए कोई हेयर टैक्स हो गया, उत्तराधिकार दे कर हो गए, है ना, जां आपां सिंपल कह दईए कि खेती जो जिहड़ी भूमि हैगी उहनूं छड्ड के बाकी ते जिहड़ा उत्तराधिकार कर लगूगा वो सारा ही सेंटर गवर्नमेंट उसनूं कलैक्ट करूगी, ठीक है। इस तो बिना कोई भी कस्टम टैक्स हो गया, कस्टम टैक्स जिवें आपां कहता कि कोई भी प्रोडक्ट जिहड़े आपां रेल समुद्र दे राही वायु दे राही जिहड़ियां वस्तां लैके आउंदे आ, सारियां दे उपर जिहड़ा टैक्स लगदा वो कस्टम टैक्स दे अंडर असीं कलैक्ट करदे आ, ठीक है। वो भी की है सेंटर गवर्नमेंट ही उहनूं लाऊगी, कलैक्ट करूगी, बट सौंप दूगी किन्ना नूं जी, राजा नूं। क्लियर जी। नेक्स्ट क्वेश्चन बेटा अपने को, चलो नेक्स्ट क्वेश्चन है अपने कोल, केंद्र राज विचकार शक्तियां दी जिहड़ी वंड हैगी उहनां दे विच बदलाव कौन कर सकदा। देखो बेटा आपां काफी क्लासेस दे विच मैं पहलां तुहानूं दस चुकी हां कि सेंटर ते स्टेट दे रिलेशनशिप ने, जिन्हां नूं शेड्यूल जिहड़ा साडे संविधान दी अनुसूची हैगी आ 7वीं, है ना, ਉਹਦੇ ਅੰਡਰ ਦੱਸਿਆ ਗਿਆ। ਤਾਂ ਸ਼ਡਿਊਲ 7th ਜਿਹੜਾ ਹੈਗਾ ਉਹ ਸ਼ਕਤੀਆਂ ਦੀ ਵੰਡ ਦਾ ਜ਼ਿਕਰ ਕੀਤਾ ਗਿਆ।
उस हिसाब नाल साडे कोल 3 लिस्ट ने, एक यूनियन लिस्ट है जिस 100 विषय ने, ठीक है, एक स्टेट लिस्ट आ जिहदे च स्टेट कानून बनाऊगी वो विषय दर्ज ने, ते एक कनकरेंट लिस्ट आ जिन्हां दे विच जिहड़े जिन्हां दे उपर वो विषय शामिल ने जिन्हां दे उपर दोनों ही कानून बना सकते ने, यूनियन भी ते स्टेट भी, ठीक है जी। बट आपां ये कहता कि कोई भी आपां शक्ति की वंड करनी है, जिवें हुण आपां पहलां कहीए अलग-अलग तरह दे सी, पहलां किसे च 66 विषय सी है ना, वो घट के 61 रह गए, ਜਾਂ ਪਹਿਲਾਂ ਅਲੱਗ-ਅਲੱਗ ਤਰ੍ਹਾਂ ਦੀ ਡਿਵੀਜ਼ਨ ਸੀ ਤੇ ਬਦਲਦੀ ਰਹਿੰਦੀ ਹੈ, ਬਦਲਦੀ ਕਾਹਦੇ ਰਹੀ ਹੈ, ਜਿਵੇਂ ਮੈਂ ਐਗਜ਼ਾਮਪਲ ਦੇਣੀ ਹੋਵੇ ਕਿ ਕਨਕਰੈਂਟ ਲਿਸਟ ਦੇ ਵਿੱਚ 42ਵੀਂ ਸੋਧ ਦੇ ਰਾਹੀਂ ਐਜੂਕੇਸ਼ਨ ਨੂੰ ਐਡ ਕੀਤਾ ਗਿਆ, ਸਿੱਖਿਆ ਨੂੰ ਕਨਕਰੈਂਟ ਲਿਸਟ ਸਮਵਰਤੀ ਸੂਚੀ, ਮਤਲਬ ਕੇਂਦਰ ਵੀ ਇਹਦੇ ਉੱਪਰ ਕਾਨੂੰਨ ਬਣਾ ਸਕਦੀ ਹੈ, ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਸਿੱਖਿਆ ਦੇ ਉੱਪਰ, ਠੀਕ ਹੈ। ਤੈਨੂੰ ਇਸ ਲਿਸਟ ਦੇ ਵਿੱਚ ਸ਼ਾਮਲ ਕੀਤਾ ਗਿਆ, ਕਾਹਦੇ ਰਾਹੀਂ ਸ਼ਾਮਲ ਕੀਤਾ ਗਿਆ, ਮੈਂ ਇੱਥੇ ਵਰਡ ਯੂਜ਼ ਕੀਤਾ ਸੋਧ, ਤਾਂ ਇਹਦਾ ਮਤਲਬ ਕੀ ਆ ਕਿ ਜਿਹੜੀਆਂ ਸ਼ਕਤੀਆਂ ਦੀ ਵੰਡ ਹੈਗੀ ਆ, ਵਿਸ਼ਿਆਂ ਦੀ ਵੰਡ ਹੈਗੀ, ਉਹ ਸੰਵਿਧਾਨਕ ਸੋਧ ਦੇ ਰਾਹੀਂ ਹੀ ਕੀਤੀ ਜਾ ਸਕਦੀ ਹੈ। ਸੰਵਿਧਾਨਕ ਸੋਧ ਕਰਕੇ ਕਿਹੜੇ ਵਿਸ਼ੇ ਕਿਹੜੀ ਲਿਸਟ ਦੇ ਵਿੱਚ ਸ਼ਾਮਲ ਕਰਨੇ ਉਹ ਕੀਤੇ ਜਾ ਸਕਦੇ, ਤਾਂ ਆਨਸਰ ਹੋ ਗਿਆ ਸੰਵਿਧਾਨਕ ਸੋਧ। ਸੰਵਿਧਾਨਕ ਸੋਧ ਕਿਹੜੇ ਆਰਟੀਕਲ ਦੇ ਰਾਹੀਂ ਹੋ ਸਕਦੀ ਹੈ ਜੀ, 368 ਆਰਟੀਕਲ 20ਵਾਂ ਭਾਗ, ਠੀਕ ਹੈ, 20ਵਾਂ ਭਾਗ ਤੇ 368 ਆਰਟੀਕਲ ਤੇ ਸੰਸ਼ੋਧਨ ਕਰਨ ਦਾ, ਅਮੈਂਡਮੈਂਟ ਕਰਨ ਦਾ ਜਿਹੜਾ ਆਈਡੀਆ ਸੀ ਅਸੀਂ ਕਿੱਥੋਂ ਲਿਆ ਸੀਗਾ ਜੀ, ਕਿੱਥੋਂ ਲਿਆ ਸੀ ਬੇਟਾ ਜੀ, ਸਾਊਥ ਅਫਰੀਕਾ ਤੋਂ, ਠੀਕ ਹੈ, ਸਾਊਥ ਅਫਰੀਕਾ। ਨੈਕਸਟ ਕੁਐਸਚਨ ਬੇਟਾ ਜੀ ਆਪਣੇ ਕੋਲ, ਭਾਰਤ ਨੇ ਕੈਬਨਿਟ ਪ੍ਰਣਾਲੀ ਕਿੱਥੋਂ ਅਡਾਪਟ ਕੀਤੀ ਹੈ, ਤਾਂ ਭਾਰਤ ਨੇ ਜਿਹੜੀ ਕੈਬਨਿਟ ਪ੍ਰਣਾਲੀ ਹੈਗੀ ਉਹ ਕਿੱਥੋਂ ਅਡਾਪਟ ਕੀਤੀ ਹੈਗੀ ਜੀ, ਬ੍ਰਿਟੇਨ ਤੋਂ, ਹਨਾ, ਇਹ ਤੁਹਾਨੂੰ ਕਲੀਅਰ ਹੋਊਗਾ ਆਲਮੋਸਟ, ਬ੍ਰਿਟੇਨ ਤੋਂ ਅਸੀਂ ਅਡਾਪਟ ਕੀਤੀ ਹੈਗੀ ਆ। ਬ੍ਰਿਟੇਨ ਤੋਂ ਜਿਹੜਾ ਸੀਗਾ ਸੀ ਕੈਬਨਿਟ ਪ੍ਰਣਾਲੀ, ਪਾਰਲੀਮੈਂਟ ਸਿਸਟਮ, ਠੀਕ ਹੈ, ਪਾਰਲੀਮੈਂਟਲ ਜਿਹੜਾ ਸਿਸਟਮ ਹੈਗਾ ਸਾਡੇ, ਰੂਲ ਆਫ ਲਾਅ, ਠੀਕ ਹੈ, ਰੂਲ ਆਫ ਲਾਅ ਹੋ ਗਿਆ, ਜਾਂ ਅਸੀਂ ਇਹ ਕਹਿ ਦਈਏ ਕਿ CAG ਕੰਟਰੋਲਰ ਐਂਡ ਆਡਿਟ ਜਨਰਲ ਦਾ ਜਿਹੜੀ ਅਹੁਦਾ ਹੋ ਗਿਆ, ਠੀਕ ਹੈ, ਅਸੀਂ ਇੱਥੋਂ ਅਡਾਪਟ ਕੀਤਾ, ਜਾਂ ਆਪਾਂ ਜਿਹੜੀ ਹੈਗੀ ਆ ਸਿੰਗਲ ਸਿਟੀਜ਼ਨ ਦਾ ਕਨਸੈਪਟ ਹੋ ਗਿਆ, ਇਹ ਸਾਰਾ ਕੁਝ ਅਸੀਂ ਕਿੱਥੋਂ ਅਡਾਪਟ ਕੀਤਾ ਹੈਗਾ ਜੀ, ਬ੍ਰਿਟੇਨ। ਕਲੀਅਰ ਜੀ। ਉਸ ਤੋਂ ਬਿਨਾ ਬੇਟਾ ਜੀ USA ਤੋਂ ਅਸੀਂ ਜੋ ਅਡਾਪਟ ਕੀਤਾ ਹੈਗਾ, USA ਤੋਂ ਅਸੀਂ ਕੀ ਅਡਾਪਟ ਕੀਤਾ ਹੈ ਜੀ, USA ਤੋਂ ਅਡਾਪਟ ਕੀਤਾ ਹੈਗਾ ਅਸੀਂ ਰਿਟਨ ਕਨਸਟੀਟਿਊਸ਼ਨ ਹੋਊਗਾ ਸਾਡਾ, ਲਿਖਤੀ ਸੰਵਿਧਾਨ ਹੋਊਗਾ, ਠੀਕ ਹੈ, ਪ੍ਰੀਐਮਬਲ ਹੋਊਗੀ, ਇੱਕ ਪ੍ਰਸਤਾਵਨਾ ਹੋਊਗੀ, ਠੀਕ ਹੈ, ਜੁਡੀਸ਼ੀਅਲ ਰਿਵਿਊ ਹੋਊਗਾ, ਸੁਪਰੀਮ ਕੋਰਟ ਹੋਊਗੀ, ਠੀਕ ਹੈ, ਸੁਪਰੀਮ ਕੋਰਟ ਹੋਊਗੀ, ਉਹਦੇ ਅੰਡਰ ਜੁਡੀਸ਼ੀਅਲ ਰਿਵਿਊ ਹੋ ਸਕਦੇ ਨੇ, ਕੋਰਟਸ ਦੇ ਅੰਡਰ ਜੁਡੀਸ਼ੀਅਲ ਰਿਵਿਊ ਹੋ ਸਕਦੇ ਨੇ, ਠੀਕ ਹੈ ਜੀ। ਇਸ ਤੋਂ ਬਿਨਾ ਜਿਹੜੀ ਹੈਗੀ ਆ ਪ੍ਰੈਜ਼ੀਡੈਂਟ ਦਾ ਆਫਿਸ ਹੋਊਗਾ, ਤੇ ਨਾਲ ਹੀ ਪ੍ਰੈਜ਼ੀਡੈਂਟ ਦੀ ਜਿਹੜੀ ਇੰਪੀਚਮੈਂਟ ਹੋ ਸਕਦੀ ਆ, ਠੀਕ ਹੈ, ਇੰਪੀਚਮੈਂਟ, ਪ੍ਰੈਜ਼ੀਡੈਂਟ ਦਾ ਜਿਹੜਾ ਹੈਗਾ, ਪ੍ਰੈਜ਼ੀਡੈਂਟ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ, ਇਹ ਸਾਰੀਆਂ ਚੀਜ਼ਾਂ ਅਸੀਂ USA ਤੋਂ ਲਈਆਂ। ਇਸ ਤੋਂ ਬਿਨਾ ਫੰਡਾਮੈਂਟਲ ਰਾਈਟਸ, ਇਹ ਵੀ ਅਸੀਂ USA ਤੋਂ ਲਏ ਆ। ਕਲੀਅਰ ਜੀ। ਦੈਨ ਬੇਟਾ ਨੈਕਸਟ ਹੈਗਾ ਫਰਾਂਸ। ਫਰਾਂਸ ਤੋਂ ਜੇ ਅਸੀਂ ਗੱਲ ਕਰੀਏ ਤਾਂ ਜਿਹੜੀ ਫ੍ਰੈਂਚ ਰੈਵੋਲੂਸ਼ਨ ਸੀਗੀ, ਕਦੋਂ ਹੋਈ ਆ ਫ੍ਰੈਂਚ ਰੈਵੋਲੂਸ਼ਨ, ਮੈਂ ਬਹੁਤ ਕਲਾਸਿਸ ਦੇ ਵਿੱਚ ਦੱਸ ਚੁੱਕੀ ਹਾਂ। ਫ੍ਰੈਂਚ ਰੈਵੋਲੂਸ਼ਨ ਕਿਹੜੇ ਸਾਲ ਦੇ ਵਿੱਚ ਹੁੰਦੀ ਆ, ਤਾਂ ਉਸ ਦੇ ਰਾਹੀਂ ਅਸੀਂ ਫ੍ਰੈਂਚ ਰੈਵੋਲੂਸ਼ਨ ਤੋਂ ਕੀ ਲਿਆ ਜੀ, ਲਿਬਰਟੀ, ਇਕੁਆਲਿਟੀ ਤੇ ਫ੍ਰੈਟਰਨਿਟੀ, ਲਿਬਰਟੀ, ਇਕੁਆਲਿਟੀ ਐਂਡ ਫ੍ਰੈਟਰਨਿਟੀ, ਯਾਨੀ ਕਿ ਉਦਾਰਵਾਦ, ਸਮਾਨਤਾ ਤੇ ਭਾਈਚਾਰਕ ਭਾਵਨਾ, ਠੀਕ ਹੈ, ਇਹ ਅਸੀਂ 3 ਵਰਡ ਪ੍ਰੈਂਬਲ ਯਾਨੀ ਕਿ ਪ੍ਰਸਤਾਵਨਾ ਦੇ ਵਿੱਚ ਸ਼ਾਮਲ ਕੀਤੇ ਆ, ਤੇ ਕਿਹੜੀ ਰੈਵੋਲੂਸ਼ਨ ਤੋਂ ਕੀਤੇ ਹੈਗੇ ਆ, ਕਿਹੜੀ ਕ੍ਰਾਂਤੀ ਤੋਂ, ਫਰਾਂਸ ਦੀ ਕ੍ਰਾਂਤੀ ਤੋਂ, ਠੀਕ ਹੈ ਜੀ। ਕੈਨੇਡਾ ਤੁਸੀਂ ਕੀ ਅਡਾਪਟ ਕੀਤਾ ਜੀ, ਕੈਨੇਡਾ ਤੋਂ ਪਹਿਲਾਂ ਤਾਂ ਸਾਡਾ ਫੈਡਰਲ ਸਿਸਟਮ ਹੋਊਗਾ, ਯਾਨੀ ਕਿ ਕੇਂਦਰ ਰਾਜਾਂ ਦੇ ਕੋਲ ਵੀ ਸ਼ਕਤੀਆਂ ਹੋਣਗੀਆਂ, ਬਟ ਸਟਰੋਂਗ ਹੋਊਗਾ ਸੈਂਟਰ, ਯਾਨੀ ਕਿ ਕੁਆਸੀ ਫੈਡਰਲ ਸਿਸਟਮ, ਠੀਕ ਹੈ, ਸਟਰੋਂਗ ਸੈਂਟਰ, ਇਹ ਅਸੀਂ ਅਡਾਪਟ ਕੀਤਾ ਕੈਨੇਡਾ ਤੋਂ। ਨਾਲ ਹੀ ਅਸੀਂ ਜਿਹੜੀ ਐਡਵਾਈਜ਼ਰੀ ਪਾਵਰ, ਸਲਾਹਕਾਰੀ ਸ਼ਕਤੀਆਂ, ਰਾਸ਼ਟਰਪਤੀ ਦੇ ਕੋਲ ਐਡਵਾਈਜ਼ਰੀ ਪਾਵਰ, ਰਾਸ਼ਟਰਪਤੀ ਆ ਜਿਹੜਾ ਸਲਾਹ ਲੈ ਸਕਦਾ ਹੈਗਾ, ਸੁਪਰੀਮ ਕੋਰਟ ਦੀ ਐਡਵਾਈਜ਼ਰੀ ਪਾਵਰ ਆ। ਭਾਰਤ ਦੇ ਰਾਸ਼ਟਰਪਤੀ ਨੂੰ ਕਿਸ ਕਰਕੇ ਅਹੁਦੇ ਤੋਂ ਹਟਾਇਆ ਜਾ ਸਕਦਾ ਨਾ, ਇਹ ਵੀ ਇੰਪੋਰਟੈਂਟ ਆ ਬੇਟਾ, ਹਨਾ, ਕਾਫੀ ਵਾਰ ਇਹ ਕੁਐਸਚਨ ਬੇਸਿਕ ਆ, ਬਟ ਬੱਚੇ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਉਲਝਦੇ ਆ, ਹਨਾ। ਕੀ ਰੀਜ਼ਨ ਆ, ਕਿਉਂਕਿ ਸਾਨੂੰ ਇਹ ਨਹੀਂ ਪਤਾ ਹੁੰਦਾ, ਸਾਨੂੰ ਇਹ ਪਤਾ ਕਿ ਕਿਹੜੇ ਆਰਟੀਕਲ ਦੇ ਰਾਹੀਂ ਹਟਾਇਆ ਜਾ ਸਕਦਾ, ਕਿਵੇਂ ਹਟਾਇਆ ਜਾ ਸਕਦਾ, ਸਾਰੀਆਂ ਚੀਜ਼ਾਂ ਸਾਨੂੰ ਕਲੀਅਰ ਨੇ, ਹਨਾ, ਬਟ ਇਹ ਨਹੀਂ ਪਤਾ ਕਿਉਂ ਹਟਾਇਆ ਜਾਂਦਾ, ਕਿਉਂਕਿ ਇੱਕ ਮਾਈਨਰ ਜੀ ਲਾਈਨ ਸਾਡੇ ਦਿੱਤੀ ਹੋਈ ਆ ਨਾ, ਜਿੱਥੇ ਸਾਡੇ ਕੋਲ ਇੰਪੀਚਮੈਂਟ ਪੂਰੀ ਪ੍ਰੋਸੈਸ ਦਿੱਤੀ ਜਾਂਦੀ ਹੈ, ਤਾਂ ਉਹਦੇ ਅਕੋਰਡਿੰਗ ਹੀ ਹਟਾਇਆ ਜਾ ਸਕਦਾ। ਤਾਂ ਆਨਸਰ ਸਾਡੇ ਕੋਲ ਕੀ ਬਣਿਆ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਕਿਸ ਅਹੁਦੇ ਤੋਂ ਹਟਾਇਆ ਜਾ ਸਕਦਾ, ਤਾਂ ਸਿੰਪਲ ਆਰਟੀਕਲ 61 ਦੇ ਅਕੋਰਡਿੰਗ, ਠੀਕ ਹੈ। ਆਰਟੀਕਲ ਸਾਡਾ 61 ਕੀ ਆਖਦਾ ਹੈਗਾ ਕਿ ਜੇ ਕੋਈ ਵੀ ਪ੍ਰੈਜ਼ੀਡੈਂਟ ਵਾਇਓਲੇਸ਼ਨ ਕਰਦਾ ਹੈਗਾ ਕਨਸਟੀਟਿਊਸ਼ਨ ਦੀ, ਸੰਵਿਧਾਨ ਦਾ ਸ਼ੋਸ਼ਣ ਕਰਦਾ, ਸੰਵਿਧਾਨ ਦੀ ਕਿਸੇ ਧਾਰਾ ਦੀ ਉਲੰਘਣਾ ਕਰਦਾ, ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਇਆ ਜਾ ਸਕਦਾ। ਤੇ ਇੰਪੀਚਮੈਂਟ ਪ੍ਰੋਸੈਸ ਅਸੀਂ ਲਈ ਕਿੱਥੋਂ ਆ ਜੀ, USA ਤੋਂ, ਹਨਾ। ਹੁਣ ਇਹ ਪੂਰੀ ਪ੍ਰੋਸੈਸ ਹੁੰਦੀ ਕਿਵੇਂ ਆ,
ਇਹਦੇ ਚ ਵੀ ਅਕਸਰ ਕੁਐਸਚਨ ਪੁੱਛਿਆ ਜਾਂਦਾ। ਤਾਂ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਜਿਹੜੀ ਪ੍ਰੋਸੈਸ ਆ, ਪਹਿਲਾਂ ਤਾਂ ਅਸੀਂ ਕਿਸੇ ਵੀ ਸਦਨ ਦੇ ਵਿੱਚ, ਬੇਸ਼ੱਕ ਤੁਸੀਂ ਲੋਕ ਸਭਾ, ਬੇਸ਼ੱਕ ਤੁਸੀਂ ਰਾਜ ਸਭਾ, ਕਿਸੇ ਵੀ ਸਦਨ ਦੇ ਵਿੱਚ ਇਸ ਪ੍ਰੋਸੈਸ ਨੂੰ ਸ਼ੁਰੂ ਕਰ ਸਕਦੇ ਹੋ, ਪ੍ਰਸਤਾਵ ਪਾ ਸਕਦੇ ਹੋ ਇਹਨੂੰ ਹਟਾਉਣ ਦੇ ਲਈ। ਤੇ ਜਿਹੜਾ ਪ੍ਰਸਤਾਵ ਪੇਸ਼ ਕਰੋਗੇ ਤੁਸੀਂ ਕਿਸੇ ਸਦਨ ਦੇ ਵਿੱਚ ਵੀ, ਉਹਦੇ ਲਈ ਜਿਹੜੇ ਮੈਂਬਰ ਹੈਗੇ ਉਹਨਾਂ ਦਾ 1/4 ਹਿੱਸੇ ਦੇ ਦੁਆਰਾ ਸਾਈਨ ਹੋਣੇ ਜ਼ਰੂਰੀ ਹੈ। ਠੀਕ ਹੈ, 1/4 ਹਿੱਸਾ ਉਹਦੇ ਉੱਪਰ ਸਾਈਨ ਕਰੂਗਾ ਤਾਂ ਹੀ ਤੁਸੀਂ ਇਸ ਪ੍ਰਸਤਾਵ ਨੂੰ ਪੇਸ਼ ਕਰ ਸਕਦੇ ਹੋ। ਫਿਰ ਜਦੋਂ ਵੀ ਤੁਸੀਂ ਇਹ ਪ੍ਰਸਤਾਵ ਪੇਸ਼ ਕੀਤਾ ਤਾਂ 14 ਦਿਨ ਦੇ ਅੰਦਰ ਅੰਦਰ ਜਿਹੜੀ ਹੈਗੀ ਇਨਫੋਰਮੇਸ਼ਨ, 14 ਦਿਨ ਪਹਿਲਾਂ ਹਟਾਉਣ ਤੋਂ ਕਿਸੇ ਵੀ ਰਾਸ਼ਟਰਪਤੀ ਨੂੰ ਪ੍ਰੋਸੈਸ ਜਿਹੜੀ ਹੈਗੀ ਆ ਹਨਾ ਹੋਣ ਤੋਂ, ਜਾਂ ਆਪਾਂ ਕਿ ਪੂਰੀ ਹੋਣ ਤੋਂ ਜਿਹੜਾ ਹੈਗਾ 14 ਦਿਨ ਦੇ ਅੰਦਰ ਅੰਦਰ, 14 ਦਿਨ ਪਹਿਲਾਂ, ਠੀਕ ਹੈ, 14 ਦਿਨ ਪਹਿਲਾਂ ਜਿਹੜਾ ਹੈਗਾ ਨੋਟਿਸ ਰਾਸ਼ਟਰਪਤੀ ਨੂੰ ਦਿੱਤਾ ਜਾਊਗਾ। 14 ਦਿਨ ਪਹਿਲਾਂ ਨੋਟਿਸ ਰਾਸ਼ਟਰਪਤੀ ਨੂੰ ਦਿੱਤਾ ਜਾਊਗਾ। ਫਿਰ ਜਿਹੜੇ ਵੀ ਸਦਨ ਦੇ ਵਿੱਚ ਤੁਸੀਂ ਪੇਸ਼ ਕੀਤਾ, ਮੰਨ ਲਓ ਮੈਂ ਪਹਿਲਾਂ ਲੋਕ ਸਭਾ ਦੇ ਵਿੱਚ ਇਸ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ ਤੇ ਲੋਕ ਸਭਾ ਦੀ ਜਿਹੜੀ ਹੈਗੀ ਆ 2/3 ਮੈਜੋਰਿਟੀ ਨੇ ਇਹਦੇ ਉੱਪਰ ਸਾਈਨ ਕਰਤੇ, ਮਤਲਬ ਇਥੋਂ ਬਿੱਲ ਪਾਸ ਹੋ ਗਿਆ। ਫਿਰ ਜਿਹੜੀ ਮਤਲਬ ਪ੍ਰੋਸੈਸ ਜਿਹੜੀ ਗਾ ਉਹ ਇਨੀਸ਼ੀਏਟ ਹੋ ਗਈ ਹੈ ਨਾ, ਅਗਲੇ ਨੇ ਉਹਦੇ ਉੱਪਰ ਸਾਈਨ ਕਰਨੇ ਨੇ, ਇਥੋਂ ਪਾਸ ਹੋ ਗਿਆ ਪ੍ਰਸਤਾਵ। ਫਿਰ ਲੋਕ ਰਾਜ ਸਭਾ ਦੇ ਵਿੱਚ ਗਿਆ ਤੇ ਰਾਜ ਸਭਾ ਦੇ 2/3 ਮੈਂਬਰ ਨੇ ਇਹਦੇ ਉੱਪਰ ਸਾਈਨ ਕਰਤੀ। ਤਾਂ ਫਿਰ ਜਿਹੜਾ ਹੈਗਾ ਮਤਲਬ ਦੋਨਾਂ ਦੇ ਵੱਲੋਂ ਇਹ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਕੇਸ ਦੇ ਵਿੱਚ ਇੰਪੀਚਮੈਂਟ ਪ੍ਰੋਸੈਸ ਹੋ ਜੂਗੀ, ਜਾਣੀ ਕਿ ਜਿਹੜਾ ਰਾਸ਼ਟਰਪਤੀ ਹੈਗਾ ਉਹਦੇ ਉੱਪਰ ਮਹਾਦੋਸ਼ ਦਾ ਮੁਕੱਦਮਾ ਲੱਗ ਕੇ ਉਹਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਇਸ ਤਰੀਕੇ ਦੇ ਨਾਲ। ਤਾਂ ਲੋਕ ਸਭਾ, ਰਾਜ ਸਭਾ ਕਿਸੇ ਵੀ ਸਦਨ ਦੇ ਵਿੱਚ ਤੁਸੀਂ ਸ਼ੁਰੂ ਕਰ ਸਕਦੇ ਹੋ। 1/4 ਮੈਂਬਰਾਂ ਦੇ ਸਾਈਨ ਦੇ ਨਾਲ ਸ਼ੁਰੂ ਹੋਊਗਾ। 14 ਦਿਨ ਪਹਿਲਾਂ ਨੋਟਿਸ ਦਿੱਤਾ ਜਾਊਗਾ ਤੇ 2/3 ਮੈਜੋਰਿਟੀ ਦੋਨਾਂ ਸਦਨਾਂ ਦੀ ਜਦੋਂ ਇਹਦੇ ਉੱਪਰ ਸਾਈਨ ਕਰ ਦੂਗੀ ਤਾਂ ਉਦੋਂ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਇੰਪੀਚਮੈਂਟ ਪ੍ਰੋਸੈਸ ਦੇ ਰਾਹੀਂ। ਬਟ ਹਜੇ ਤੱਕ ਕਿਸੇ ਵੀ ਬੰਦੇ ਨੂੰ ਜਿਹੜਾ ਇਸ ਪ੍ਰੋਸੈਸ ਦੇ ਰਾਹੀਂ ਹਟਾਇਆ ਨਹੀਂ ਜਾ ਸਕਿਆ। ਉਸ ਤੋਂ ਬਾਅਦ ਬੇਟਾ ਸਾਡੇ ਕੋਲ ਨੈਕਸਟ ਕੁਐਸਚਨ ਹੈਗਾ ਕਿ ਵੋਟ ਦੀ ਉਮਰ ਕਿਸ ਸੋਧ ਦੇ ਰਾਹੀਂ 21 ਤੋਂ 18 ਕੀਤੀ ਗਈ ਹੈ। ਤਾਂ ਵੋਟ ਦੀ ਉਮਰ ਜਿਹੜੀ ਹੈਗੀ ਆ ਸਾਡੇ ਕੋਲ 61ਵੀਂ ਸੋਧ ਦੇ ਰਾਹੀਂ ਐਡ ਕੀਤੀ ਗਈ ਹੈ, ਕਿਉਂਕਿ ਜੋ ਸਾਡੇ ਕੋਲ ਮੂਲ ਸੰਵਿਧਾਨ ਬਣਿਆ ਸੀ ਉਦੋਂ ਵੋਟ ਪਾਉਣ ਦੀ ਉਮਰ 21 ਸਾਲ ਸੀਗੀ। ਠੀਕ ਹੈ ਜੀ, 61ਵੀਂ ਸੋਧ ਹੁੰਦੀ ਆ ਕਦੋਂ ਹੁੰਦੀ ਆ 1999 ਈਸਵੀ ਦੇ ਵਿੱਚ, ਤੇ ਇਸੇ ਦੇ ਰਾਹੀਂ ਹੀ ਉਮਰ ਜਿਹੜੀ ਹੈਗੀ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਆ ਬਾਲਗ ਮਤ ਦੀ। ਠੀਕ ਹੈ ਜੀ, ਇਹ ਤੇ ਤੁਹਾਡੇ ਕੋਲ ਜਿੰਨੇ ਆਰਟੀਕਲ ਮੈਂ ਡਿਫਾਈਨ, ਜਿੰਨੀਆਂ ਵੀ ਸੋਧਾਂ ਨੇ, 52ਵੀਂ ਸੋਧ ਆ, ਠੀਕ ਹੈ, ਬਹੁਤ ਇੰਪੋਰਟੈਂਟ ਆ ਸਾਡੇ ਕੋਲ, ਜਿੰਨੀਆਂ ਵੀ ਸੋਧਾਂ ਸਾਰੀਆਂ ਇੰਪੋਰਟੈਂਟ ਨੇ। 52ਵੀਂ ਸੋਧ, 61ਵੀਂ ਸੋਧ, ਠੀਕ ਹੈ, 61st, 69th ਅਮੈਂਡਮੈਂਟ ਐਂਡ 17th ਅਮੈਂਡਮੈਂਟ। ਠੀਕ ਹੈ, ਜਿਹੜੀਆਂ ਵੀ ਅਮੈਂਡਮੈਂਟਸ ਇੱਥੇ ਆਈਆਂ ਨੇ ਮੈਂ ਸਾਰੀਆਂ ਇੱਕ ਵਾਰ ਤੁਹਾਨੂੰ ਮੋਟੀਆਂ ਕਲੀਅਰ ਕਰ ਦਿੰਨੀ ਆ। ਤਾਂ ਸਾਡੇ ਕੋਲ ਬੇਟਾ ਜਿਹੜੀ 52ਵੀਂ ਅਮੈਂਡਮੈਂਟ ਹੈਗੀ ਹੈ ਕਦੋਂ ਹੁੰਦੀ ਹੈ 1985 ਈਸਵੀ ਦੇ ਵਿੱਚ। ਇਹਦੇ ਰਾਹੀਂ ਜਿਹੜਾ 10ਵਾਂ ਸ਼ਡਿਊਲ, 10ਵੀਂ ਅਨੁਸੂਚੀ ਸੰਵਿਧਾਨ ਦੇ ਵਿੱਚ ਐਡ ਕੀਤੀ ਗਈ। ਠੀਕ ਹੈ, 10ਵੀਂ ਅਨੁਸੂਚੀ ਸੰਵਿਧਾਨ ਦੇ ਵਿੱਚ ਐਡ ਕੀਤੀ ਗਈ ਤੇ ਇੱਕ ਬਿੱਲ ਸਾਹਮਣੇ ਲਿਆਂਦਾ ਗਾ, ਕਿਹੜਾ ਸੀਗਾ ਜੀ, ਐਂਟੀ ਡਿਫੈਕਸ਼ਨ ਲਾਅ। ਠੀਕ ਹੈ, ਦਲ ਬਦਲੂ ਜਿਹੜੀ ਹੈਗੀ ਆ ਪ੍ਰਣਾਲੀ ਉਹਦੇ ਨਾਲ ਰਿਲੇਟਡ ਆ ਐਂਟੀ ਡਿਫੈਕਸ਼ਨ ਲਾਅ। ਕਲੀਅਰ, 61ਵੀਂ ਸੋਧ ਤੁਹਾਡੀ ਕਲੀਅਰ ਹੋ ਹੀ ਗਈ ਆ, 21 ਤੋਂ ਘਟਾ ਕੇ ਉਮਰ 18 ਸਾਲ ਕੀਤੀ ਗਈ ਆ ਕਾਦੀ, ਬਾਲਗ ਮਤਦਾਨ ਦੀ। ਠੀਕ ਹੈ ਜੀ, ਉਸ ਤੋਂ ਬਾਅਦ ਬੇਟਾ ਤੁਹਾਡੇ ਕੋਲ ਆ ਗਿਆ 69th ਜਿਹੜਾ ਆਰਟੀਕਲ ਹੈਗਾ, ਇਹ ਸੋਧ ਹੈਗੀ ਆ 1991 ਈਸਵੀ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਹਦੇ ਲਈ ਸਾਡੀ ਜਿਹੜੀ ਦਿੱਲੀ ਹੈਗੀ ਆ, ਠੀਕ ਹੈ, ਨੈਸ਼ਨਲ ਕੈਪੀਟਲ ਜਿਹੜੀ ਸਾਡੇ ਕੋਲ ਹੈਗੀ ਆ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਇੰਡੀਆ। ਠੀਕ ਹੈ, ਘੋਸ਼ਿਤ ਕੀਤਾ ਜਾਂਦਾ ਦਿੱਲੀ ਨੂੰ, ਕੀ ਘੋਸ਼ਿਤ ਕੀਤਾ ਜਾਂਦਾ ਜੀ, NCT, ਨੈਸ਼ਨਲ ਕੈਪੀਟਲ ਟੈਰੀਟਰੀ ਆਫ ਇੰਡੀਆ। ਠੀਕ ਹੈ ਜੀ, NCT ਜਾਨੀ ਕਿ ਦਿੱਲੀ ਇੱਕ ਤਰੀਕੇ ਦੇ ਨਾਲ ਘੋਸ਼ਿਤ ਕੀਤੀ ਜਾਂਦੀ ਹੈ ਸਾਡੇ ਕੋਲ ਇੰਡੀਆ ਦੀ। ਤਾਂ ਦਿੱਲੀ ਨੂੰ ਰਾਜਧਾਨੀ ਬਣਾਇਆ ਪ੍ਰੋਪਰ NCT ਦਾ ਦਰਜਾ ਦੇ ਕੇ। ਉਸ ਤੋਂ ਬਾਅਦ 17th ਸੋਧ ਦੀ ਗੱਲ ਕਰਦੇ ਆ, 70ਵੀਂ ਸੋਧ ਆ। ਤਾਂ 70ਵੀਂ ਸੋਧ 1992 ਈਸਵੀ ਦੇ ਵਿੱਚ ਹੁੰਦੀ ਹੈ ਤੇ ਇਹਦੇ ਰਾਹੀਂ ਜਿਹੜੀਆਂ ਰਾਸ਼ਟਰਪਤੀ ਦਾ ਇਲੈਕਟੋਰਲ ਕਾਲਜ ਆ ਹਨਾ, ਜਾਨੀ ਕਿ ਰਾਸ਼ਟਰਪਤੀ ਦੀਆਂ ਜਿਹੜੀਆਂ ਚੋਣਾਂ ਕਰਨ ਵਾਲਾ ਜਿਹੜਾ ਗਰੁੱਪ ਹੋਊਗਾ, ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਜਿਹੜੀਆਂ ਦੋ ਯੂਟੀਆਂ ਕਿਹੜੀਆਂ ਬੇਟਾ, ਦਿੱਲੀ ਤੇ ਦੂਜੀ ਪੁਡੂਚੇਰੀ ਜਿਹਨੂੰ ਤੁਸੀਂ ਕਹਿ ਸਕਦੇ ਹੋ। ਠੀਕ ਹੈ, ਪੌਂਡੀਚੇਰੀ, ਦਿੱਲੀ ਤੇ ਪੌਂਡੀਚੇਰੀ ਦੋਨਾਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਹੈਗੀਆਂ ਉਹਨਾਂ ਦੇ ਮੈਂਬਰ ਵੀ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਆ ਰਾਸ਼ਟਰਪਤੀ ਦੀਆਂ ਚੋਣਾਂ 'ਚ। ਇਹ ਆਖਿਆ ਗਿਆ 1992 ਦੀ ਕਿਹੜੀ ਸੋਧ ਦੇ ਰਾਹੀਂ, 70ਵੀਂ ਸੋਧ ਦੇ ਰਾਹੀਂ। ਠੀਕ ਹੈ ਜੀ, ਉਸ ਤੋਂ ਪਹਿਲਾਂ ਜਿਹੜੀਆਂ ਸੀਗੀਆਂ ਦੋਨਾਂ ਦੇ ਜਿਹੜੇ ਮੈਂਬਰ ਸੀਗੇ ਉਹ ਚੋਣਾਂ 'ਚ ਹਿੱਸਾ ਨਹੀਂ ਸੀ ਲੈ ਸਕਦੇ। ਕਲੀਅਰ, ਉਸ ਤੋਂ ਬਾਅਦ ਬੇਟਾ ਨੈਕਸਟ ਕੁਐਸਚਨ ਹੈਗਾ, ਕਿਸ ਰਾਜ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨਹੀਂ ਸੀਗੀ। ਤਾਂ ਕਿਹੜੇ ਰਾਜ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨਹੀਂ ਹੈਗੀ ਜੀ। ਤਾਂ ਦੇਖੋ ਇਹਦੇ ਵਿੱਚ ਨਾਗਾਲੈਂਡ ਆ ਗਿਆ। ਬੇਸਿਕਲੀ ਸਾਡੇ ਕੋਲ 3, ਨਾਗਾਲੈਂਡ, ਤੁਸੀਂ NMM ਤੋਂ ਯਾਦ ਰੱਖ ਲਓ ਜਾਂ MMN ਯਾਦ ਰੱਖ ਲਓ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ। ਠੀਕ ਹੈ, ਮਿਜ਼ੋਰਮ। ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਹੈਗਾ ਬੇਟਾ ਸਾਡੇ ਕੋਲ ਪੰਚਾਇਤੀ ਰਾਜ ਨਹੀਂ ਹੈਗਾ, ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੀਆਂ ਹੈਗੀਆਂ
ਪੰਚਾਇਤਾਂ ਹੈਗੀਆਂ। ਕਲੀਅਰ ਜੀ। ਤੇ ਇਸ ਤੋਂ ਬਿਨਾਂ ਜਿਹੜੀ ਸਾਡੇ ਕੋਲ ਯੂਟੀ ਦਿੱਲੀ ਹੈਗੀ ਆ, ਉੱਥੇ ਪੰਚਾਇਤ ਆ, ਹੋਰ ਕਿਸੇ ਯੂਟੀ ਦੇ ਵਿੱਚ ਜਿਹੜੀ ਹੈਗੀ ਆ ਪੰਚਾਇਤੀ ਸਿਸਟਮ ਨਹੀਂ ਹੈਗਾ। ਕਲੀਅਰ। ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਪਬਲਿਕ ਅਕਾਊਂਟਸ ਕਮੇਟੀ ਦਾ ਚੇਅਰਮੈਨ, ਠੀਕ ਹੈ, ਇਹ ਵੀ ਇੰਪੋਰਟੈਂਟ ਆ। ਤਾਂ ਪਬਲਿਕ ਜਿਹੜੀ ਅਕਾਊਂਟਸ ਕਮੇਟੀ ਹੈਗੀ ਆ, ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡੇ ਕੋਲ 1919 ਦਾ ਐਕਟ ਆਇਆ ਸੀਗਾ, ਹਨਾ, ਆਪਾਂ ਗਵਰਨਮੈਂਟ ਆਫ ਇੰਡੀਆ ਐਕਟ ਕਰਦੇ ਹੈਗੇ ਆ, ਮਾਰਲੀਮੈਂਟੋ ਐਕਟ ਦੇ ਅੰਡਰ ਵੀ ਮੈਂ ਤੁਹਾਨੂੰ ਇਹਨੂੰ ਡਿਫਾਈਨ ਕੀਤਾ ਹੋਇਆ, ਮਾਰਲੀਮੈਂਟੋ ਐਕਟ, ਹਨਾ, ਕਹਿ ਕੇ ਤੁਹਾਨੂੰ ਇੱਕ ਪੂਰਾ ਕਰਵਾਇਆ ਗਿਆ ਸੀ ਮੇਰੇ ਵੱਲੋਂ। ਤਾਂ ਜਿਹੜਾ ਉਹਦੇ ਅੰਡਰ ਹੀ ਸਾਡੇ ਕੋਲ ਜਿਹੜਾ ਸੀਗਾ ਪਬਲਿਕ ਅਕਾਊਂਟਸ ਕਮੇਟੀ ਦੀ ਸਥਾਪਨਾ ਹੁੰਦੀ ਹੈ 1921 ਈਸਵੀ ਦੇ ਵਿੱਚ, ਠੀਕ ਹੈ, ਮੈਂ ਇੱਥੇ ਲਿਖ ਦਿੰਦੀ ਹਾਂ। ਤਾਂ ਜਿਹੜੀ ਪਬਲਿਕ ਅਕਾਊਂਟਸ ਕਮੇਟੀ ਹੈ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1919 ਦਾ ਸੀ, ਉਹਦੇ ਰਾਹੀਂ ਇਹਦੀ ਪ੍ਰੋਵੀਜ਼ਨ ਕੀਤੀ ਗਈ, ਤੇ ਫਿਰ ਇਹਨੂੰ ਸੈਟਅਪ ਕਦੋਂ ਕੀਤਾ ਗਿਆ ਸੀ 1921 ਈਸਵੀ ਦੇ ਵਿੱਚ, ਠੀਕ ਹੈ ਜੀ। ਤੇ ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 22 ਮੈਂਬਰ ਹੁੰਦੇ ਆ। ਇਸ ਕਮੇਟੀ ਦੇ ਵਿੱਚ ਟੋਟਲ ਕਿੰਨੇ ਨੇ? 22 ਮੈਂਬਰ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲ 15 ਮੈਂਬਰ ਲੋਕ ਸਭਾ ਦੇ ਹੋਣਗੇ ਤੇ 7 ਮੈਂਬਰ ਜਿਹੜੇ ਹੈਗੇ ਨੇ ਉਹ ਰਾਜ ਸਭਾ ਦੇ ਹੋਣਗੇ, ਠੀਕ ਹੈ ਜੀ। ਇਹਦਾ ਜਿਹੜਾ ਚੇਅਰਮੈਨ ਹੁੰਦਾ, ਉਹ ਚੇਅਰਮੈਨ ਕਿਹਦੇ ਦੁਆਰਾ ਚੁਣਿਆ ਜਾਊਗਾ? ਸਪੀਕਰ ਦੇ ਵੱਲੋਂ। ਇਹਨਾਂ ਵਿੱਚੋਂ ਜਿੰਨੀਆਂ ਵੀ ਜ਼ਿਆਦਾਤਰ ਕਮੇਟੀਆਂ ਹੈਗੀਆਂ ਨੇ, ਉਹਨਾਂ ਸਾਰਿਆਂ ਦੇ ਚੇਅਰਮੈਨ ਸਪੀਕਰ ਦੇ ਵੱਲੋਂ ਹੀ ਚੁਣੇ ਜਾਂਦੇ ਆ, ਠੀਕ ਹੈ। ਧਿਆਨ ਦੇ ਵਿੱਚ ਰੱਖਿਓ। ਤਾਂ ਇੱਥੇ ਵੀ ਜਿਹੜਾ ਸਪੀਕਰ ਹੀ ਹੈ, ਉਹੀ ਸਾਡੇ ਕੋਲ ਪਬਲਿਕ ਅਕਾਊਂਟਸ ਕਮੇਟੀ ਦਾ ਚੇਅਰਮੈਨ ਨੂੰ ਚੁਣਦਾ। ਨੈਕਸਟ ਕੁਐਸਚਨ ਬੇਟਾ, ਲਿਬਰਲਿਜ਼ਮ ਕਿਸ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ? ਤੇ LL ਤੋਂ ਯਾਦ ਰੱਖਿਓ, ਲਿਬਰਲਿਜ਼ਮ ਲੈਟਨ ਭਾਸ਼ਾ ਤੋਂ ਹੀ ਲਿਆ ਗਿਆ ਸ਼ਬਦ ਹੈ, ਲੈਟਨ ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ, ਜਿਹਦਾ ਮਤਲਬ ਹੈਗਾ ਸੁਤੰਤਰ ਜਾਂ ਆਜ਼ਾਦ ਵਿਅਕਤੀ, ਇੰਡੀਪੈਂਡੈਂਟ ਮੈਨ, ਠੀਕ ਹੈ। ਤਾਂ ਇਹ ਰਿਪਰੈਜ਼ੈਂਟ ਕਰਦਾ ਹੈਗਾ ਉਦਾਰਵਾਦ ਨੂੰ, ਸੁਤੰਤਰਤਾ ਨੂੰ, ਵਿਅਕਤੀ ਦੀ ਆਜ਼ਾਦੀ ਨੂੰ। ਇਹ ਪੂਰਾ ਕਨਸੈਪਟ ਮੈਂ ਤੁਹਾਨੂੰ ਕਰਵਾਇਆ ਹੋਇਆ, ਤੁਸੀਂ ਮੇਰੇ ਨਾਲ ਕਲਾਸਿਸ ਦੇ ਵਿੱਚ ਇਹਨੂੰ ਦੇਖ ਸਕਦੇ ਹੋ। ਨੈਕਸਟ ਹੈ ਬੇਟਾ ਸਾਡੇ ਕੋਲ ਨਾਗਰਿਕਤਾ ਸੰਸ਼ੋਧਨ ਬਿੱਲ, ਇਹ ਵੀ ਕਾਫੀ ਇੰਪੋਰਟੈਂਟ ਆ। ਤਾਂ ਦੇਖੋ, ਜਿਹੜਾ ਸਾਡੇ ਕੋਲ ਨਾਗਰਿਕਤਾ ਸੰਸ਼ੋਧਨ ਬਿੱਲ ਆਇਆ ਸੀਗਾ, ਇਹ ਕਦੋਂ ਆਇਆ? 2019 ਦੇ ਵਿੱਚ। ਕਾਫੀ ਵਾਰ ਉਸ ਤੋਂ ਪਹਿਲਾਂ ਅਮੈਂਡਮੈਂਟ ਇਹਦੀ ਹੋ ਚੁੱਕੀ ਆ। ਤਾਂ ਜਿਹੜਾ ਸਾਡੇ ਕੋਲ 2019 ਦਾ ਅਮੈਂਡਮੈਂਟ ਹੋਈ ਆ, ਇਹਦੇ ਵਿੱਚ ਬੇਸਿਕਲੀ ਜਿਹੜੇ ਤਿੰਨ ਸ਼ਹਿਰ ਸੀਗੇ, ਤਿੰਨ ਏਰੀਆ, ਆਪਾਂ ਕਹਿ ਦਈਏ ਤਿੰਨ ਦੇਸ਼ ਹੈਗੇ ਨੇ, ਆਪਾਂ ਕਹਿਤਾ ਬੰਗਲਾਦੇਸ਼, ਠੀਕ ਹੈ, ਅਫਗਾਨਿਸਤਾਨ ਤੇ ਪਾਕਿਸਤਾਨ, ਠੀਕ ਹੈ। ਜਿਹੜੇ ਤਿੰਨੋਂ ਦੇਸ਼ ਹੈਗੇ ਨੇ, ਇਹਨਾਂ ਤਿੰਨਾਂ ਦੇਸ਼ਾਂ ਦੇ ਕੀ ਕਿਹਾ ਗਿਆ ਜੀ? ਇਹਨਾਂ ਤਿੰਨਾਂ ਦੇਸ਼ਾਂ ਦੇ ਜਿਹੜੇ ਨਾਨ ਮੁਸਲਿਮ ਹੋਣਗੇ, ਠੀਕ ਹੈ, ਤਿੰਨਾਂ ਦੇਸ਼ਾਂ ਦੇ ਮਤਲਬ ਗੈਰ ਮੁਸਲਿਮ ਹੋਣਗੇ, ਕੋਈ ਵੀ ਹੋ ਸਕਦੇ, ਉਹ ਹਿੰਦੂ ਹੋ ਸਕਦੇ ਆ, ਸਿੱਖ ਹੋ ਸਕਦੇ ਆ, ਠੀਕ ਹੈ, ਪਾਰਸੀ ਹੋ ਸਕਦੇ ਆ, ਕਲੀਅਰ ਜੀ, ਬੋਧੀ ਹੋ ਸਕਦੇ ਆ, ਜੈਨੀ ਹੋ ਸਕਦੇ ਆ, ਕ੍ਰਿਸਚੀਅਨ ਹੋ ਸਕਦੇ ਆ, ਕੋਈ ਵੀ ਹੋਰ ਹੋ ਸਕਦੇ ਆ, ਠੀਕ ਹੈ, ਕ੍ਰਿਸਚੀਅਨ ਹੋ ਸਕਦੇ ਆ। ਤੇ ਜਿਹੜੇ 6 ਤਰ੍ਹਾਂ ਦੇ ਧਰਮਾਂ ਦੇ ਲੋਕ ਹੈਗੇ ਨੇ, ਉਹ ਭਾਰਤ ਦੇ ਵਿੱਚ ਆ ਕੇ ਨਾਗਰਿਕਤਾ ਹਾਸਲ ਕਰ ਸਕਦੇ ਆ। ਜੇ ਉਹ 6 ਸਾਲ ਤੋਂ ਭਾਰਤ ਦੇ ਵਿੱਚ ਰਹਿ ਰਹੇ ਆ, ਤਾਂ ਨੈਚੁਰਲਾਈਜੇਸ਼ਨ ਬੇਸ ਦੇ ਉੱਪਰ, ਦੇਖੋ ਨੈਚੁਰਲਾਈਜੇਸ਼ਨ ਬੇਸ ਦੇ ਉੱਪਰ ਤੁਸੀਂ 12 ਸਾਲ ਰਹਿ ਕੇ ਜਿਹੜਾ ਹੈਗਾ ਹਨਾ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੇ ਹੁੰਦੇ ਹੋ, ਜਾਂ 11 ਤੇ 12 ਦਾ ਕਨਸੈਪਟ ਕੀ ਹੈ, ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾ ਚੁੱਕੀ ਹਾਂ, ਤੁਹਾਨੂੰ ਕਲੀਅਰ ਹੋਣਾ ਚਾਹੀਦਾ ਹਨਾ। ਇੱਕ ਕਿਹੜਾ ਪਲੱਸ ਕਰਨਾ ਕਿ 12 ਬਣ, ਵੈਸੇ 11 ਸਾਲ ਹੁੰਦਾ, ਇੱਕ ਕਿਹੜਾ ਪਲੱਸ ਕਰੋਗੇ ਕਿ ਉਹ 12 ਬਣਦੇ ਆ, ਠੀਕ ਹੈ। ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ, ਤੁਸੀਂ ਕਲਾਸ ਦੇ ਵਿੱਚ ਮੇਰੇ ਨਾਲ ਕਨਸੈਪਟ ਨੂੰ ਸਮਝ ਸਕਦੇ ਹੋ, ਠੀਕ ਹੈ। ਤਾਂ ਜੀ ਸਾਡੇ ਕੋਲ ਜਿਹੜਾ ਹੈਗਾ ਮਤਲਬ ਨੈਚੁਰਲਾਈਜੇਸ਼ਨ ਬੇਸ ਦੇ ਉੱਪਰ ਵੈਸੇ 11 ਤੋਂ 12 ਸਾਲ ਰਹਿਣਾ ਹੁੰਦਾ, ਪਰ ਜਿਹੜੇ ਤਿੰਨਾਂ ਦੇਸ਼ਾਂ ਦੇ ਵਿਅਕਤੀ ਹੈਗੇ ਨੇ ਉਹ ਪੰਜ ਮੈਂ ਇੱਥੇ 11 ਦੇ ਬਿਹਾਫ ਉੱਪਰ ਲਿਖ ਰਹੀ ਹਾਂ, ਠੀਕ ਹੈ। ਤੇ ਜਿਹੜੇ 12 ਦੇ ਹਿਸਾਬ ਨਾਲ ਦੇਖੀਏ ਤਾਂ 6 ਸਾਲ, ਤਾਂ ਵੱਧ ਤੋਂ ਵੱਧ 6 ਸਾਲ ਜਿਹੜੇ ਰਹਿ ਕੇ ਤੁਸੀਂ ਜਿਹੜੀ ਹੈਗੀ ਆ ਨੈਚੁਰਲਾਈਜੇਸ਼ਨ ਬੇਸ ਦੇ ਉੱਪਰ ਕੁਦਰਤੀ ਤੌਰ ਤੇ ਜਿਹੜੀ ਹੈਗੀ ਆ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੀ ਹੈ। ਕਿਹੜੇ 3 ਦੇਸ਼ ਜੀ? ਇਹ 3 ਦੇਸ਼। ਤਾਂ ਇਹਨਾਂ ਦੇ ਵਿੱਚ ਜਿਹੜਾ ਦੇਸ਼ ਇਹ ਪੁੱਛਿਆ ਗਿਆ ਕਿ 2019 ਦੇ ਸੰਸ਼ੋਧਨ ਬਿੱਲ ਦੇ ਵਿੱਚ ਕਿਹੜੇ ਜਿਹੜੇ ਦੇਸ਼ ਹੈਗੇ ਆ ਉਹ ਸ਼ਾਮਲ ਨਹੀਂ ਸੀ, ਇੱਕ ਕਿਹੜਾ ਦੇਸ਼ ਸ਼ਾਮਲ ਨਹੀਂ ਸੀ? ਬਲੋਚਿਸਤਾਨ। ਤਾਂ ਬਲੋਚਿਸਤਾਨ ਨੂੰ ਇਹ ਪ੍ਰੋਵੀਜ਼ਨ ਨਹੀਂ ਦਿੱਤੀ ਗਈ, ਸਿਰਫ ਇਹਨਾਂ ਤਿੰਨਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਨੂੰ ਇਹਦੀ ਪ੍ਰੋਵੀਜ਼ਨ ਦਿੱਤੀ ਗਈ ਸੀ, ਗੈਰ ਮੁਸਲਮਾਨਾਂ ਨੂੰ, ਠੀਕ ਹੈ ਜੀ। ਨੈਕਸਟ ਹੈਗਾ ਬੇਟਾ ਸਾਡੇ ਕੋਲ ਗੁੱਟ ਨਿਰਲੇਪ, ਥੋੜਾ ਨਾ ਸਲਾਈਡ 'ਚ ਜਿਵੇਂ ਹਰ ਵਾਰ ਪ੍ਰੋਬਲਮ ਆ ਜਾਂਦੀ ਆ, ਤਾਂ ਠੀਕ ਹੈ ਚਲੋ। ਗੁੱਟ ਨਿਰਲੇਪ 2019 ਦਾ 18ਵਾਂ ਸੰਮੇਲਨ, ਠੀਕ ਹੈ, ਕਿੱਥੇ ਹੋਇਆ ਸੀ? ਇਹ ਵੀ ਕਾਫੀ ਇੰਪੋਰਟੈਂਟ ਆ। ਮੈਂ ਸਾਰਾ ਨੇਮ ਨਾਨ ਅਲਾਈਨਡ ਮੂਵਮੈਂਟ ਤੁਸੀਂ ਮੇਰੇ ਨਾਲ ਫੋਰਨ ਪਾਲਿਸੀ ਦੇ ਅੰਡਰ ਕਰ ਚੁੱਕੇ ਹੋ, ਠੀਕ ਹੈ। ਤਾਂ ਜਿਹੜੇ ਸਾਡੇ ਕੋਲ 18ਵਾਂ ਸੰਮੇਲਨ ਹੋਇਆ ਸੀ, ਲਾਸਟ ਸੰਮੇਲਨ ਸੀਗਾ ਇਹ, ਠੀਕ ਹੈ। ਤਾਂ ਇਹ ਸੰਮੇਲਨ ਮਤਲਬ ਕਿ ਹੁਣ ਤੱਕ ਜਿੰਨੇ ਹੋ ਚੁੱਕੇ ਨੇ, ਤਾਂ 18 ਸੰਮੇਲਨ ਹੋ ਚੁੱਕੇ ਨੇ, ਫਰਦਰ 19ਵਾਂ ਹੋਊਗਾ। ਤਾਂ ਜਿਹੜਾ ਲਾਸਟ ਸੰਮੇਲਨ ਹੋਇਆ ਸੀ ਬੇਟਾ ਉਹ ਕਿੱਥੇ ਹੋਇਆ ਜੀ? ਸਾਡੇ ਕੋਲ ਬਾਕੂ ਅਜ਼ਰਬੈਜਾਨ ਦੇ ਵਿੱਚ, ਠੀਕ ਹੈ, ਬਾਕੂ ਅਜ਼ਰਬੈਜਾਨ ਦੇ ਵਿੱਚ ਹੋਇਆ ਸੀ। ਤੇ ਇਹਨੂੰ ਇਹਦਾ ਜਿਹੜੇ ਹੈਡਿੰਗ ਸੀਗੇ, ਮਤਲਬ ਇਹਨੂੰ ਜਿਹਨੇ ਹਨਾ ਆਪਾਂ ਕਹੀਏ ਜਿਹੜਾ ਪ੍ਰਧਾਨ ਸੀਗਾ ਇਸ ਸੰਮੇਲਨ ਦਾ, ਤਾਂ ਉਹ ਕੌਣ ਸੀਗੇ? ਇਲਹਮ ਅਲੀਵੇ, ਠੀਕ ਹੈ, ਅਲੀਜੇ। ਤਾਂ
ਬਾਕੂ ਅਜ਼ਰਬੈਜਾਨ ਤੁਸੀਂ ਧਿਆਨ ਦੇ ਵਿੱਚ ਰੱਖਣਾ ਲਾਸਟ 18ਵਾਂ 2019 ਦੇ ਵਿੱਚ ਹੋਇਆ ਸੀ, ਠੀਕ ਹੈ ਜੀ। ਦੈਨ ਬੈਲਗ੍ਰੇਡ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਫਰਸਟ ਸੰਮੇਲਨ, ਠੀਕ ਹੈ, ਫਰਸਟ ਜਿਹੜਾ ਸੰਮੇਲਨ ਸੀਗਾ ਉਹ ਇੱਥੇ ਹੋਇਆ ਸੀ। ਫਰਸਟ ਸੰਮੇਲਨ ਇਹਦਾ ਕਦੋਂ ਹੁੰਦਾ ਇਹ ਵੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਬੇਟਾ। 1961 ਦੇ ਵਿੱਚ ਪਹਿਲੇ ਸੰਮੇਲਨ ਦੇ ਨਾਲ ਹੀ ਦੀ ਸਥਾਪਨਾ ਹੁੰਦੀ ਹੈ ਨੌਨ ਅਲਾਈਨਡ ਮੂਵਮੈਂਟ ਦੀ, ਤੇ ਉਸ ਤੋਂ ਬਾਅਦ ਜਿਹੜਾ ਸੀਗਾ 9ਵਾਂ ਸੰਮੇਲਨ, ਠੀਕ ਹੈ, 9th ਸੰਮੇਲਨ ਜਿਹੜਾ ਸੀਗਾ ਉਹ ਕਦੋਂ ਹੁੰਦਾ ਜੀ 1999 ਦੇ ਵਿੱਚ, ਉਹ ਵੀ ਬੈਲਗ੍ਰੇਡ ਦੇ ਵਿੱਚ ਹੋਇਆ। ਦੋਨੋਂ ਸੰਮੇਲਨ ਜਿਹੜੇ ਹੈਗੇ ਨੇ ਉਹ ਬੈਲਗ੍ਰੇਡ ਦੇ ਵਿੱਚ ਹੋਏ ਨੇ। ਕੋਲੰਬੋ ਦੀ ਗੱਲ ਕਰਦੇ ਹਾਂ ਤਾਂ ਕੋਲੰਬੋ ਦੇ ਵਿੱਚ ਜਿਹੜਾ ਸੰਮੇਲਨ ਹੁੰਦਾ ਜੀ ਉਹ ਹੁੰਦਾ 5ਵਾਂ ਸੰਮੇਲਨ। 5ਵਾਂ ਸੰਮੇਲਨ 1976 ਈਸਵੀ ਦੇ ਵਿੱਚ ਕਿੱਥੇ ਹੋਇਆ? ਕੋਲੰਬੋ ਦੇ ਵਿੱਚ ਹੋਇਆ। ਤੇ ਤਹਿਰਾਨ ਈਰਾਨ ਦੇ ਵਿੱਚ ਜਿਹੜਾ ਸੰਮੇਲਨ ਹੁੰਦਾ ਉਹ 16ਵਾਂ ਸੰਮੇਲਨ ਸੀਗਾ ਜਿਹੜਾ ਕਿ 2012 ਦੇ ਵਿੱਚ ਹੋਇਆ, ਠੀਕ ਹੈ ਜੀ। ਤੇ ਇਹ ਸੀਗੀ ਸਾਡੀ ਅੱਜ ਦੀ ਕਲਾਸ। ਨੈਕਸਟ ਕਲਾਸ ਦੇ ਵਿੱਚ ਨਵੀਂ ਸੀਰੀਜ਼ ਜਿਹੜੀ ਹੈਗੀ ਤੁਹਾਡੀ ਉਹਨੂੰ ਕੰਟੀਨਿਊ ਕਰਾਂਗੇ। ਜੇ ਮੇਰੀਆਂ ਵੀਡੀਓ ਹੈਲਪਫੁਲ ਹੋ ਰਹੀਆਂ ਨੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ। ਜੇ ਕੋਰਸ ਲੈਣਾ ਚਾਹੁੰਦੇ ਹੋ ਤਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਹੋਈ ਹੈ, ਉੱਥੋਂ ਤੁਸੀਂ ਕੋਰਸ ਦੀ ਇਨਫੋਰਮੇਸ਼ਨ, ਐਪ ਦੀ ਇਨਫੋਰਮੇਸ਼ਨ ਲੈ ਸਕਦੇ ਹੋ। ਥੈਂਕ ਯੂ ਸੋ ਮਚ।